ਹਾਂਜੀ ਸਾਥੀਓ, ਤੁਹਾਡਾ ਪੰਜਾਬ ਆਨਲਾਈਨ ਕੋਚਿੰਗ ਅਕੈਡਮੀ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪੰਜਾਬੀ ਸੂਫੀ ਕਾਵਿ ਅਤੇ ਬੀਰ ਕਾਵਿ ਨਾਲ ਸੰਬੰਧਿਤ ਹੈ। ਠੀਕ ਹੈ, ਤੇ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਸੂਫੀ ਕਾਵਿ ਦੇ ਬਾਰੇ ਚਰਚਾ ਕਰਾਂਗੇ ਇਸ ਲੈਕਚਰ ਦੇ ਵਿੱਚ। ਸਾਡੇ ਕੋਲ 2 ਘੰਟੇ ਦਾ ਸਮਾਂ ਤੇ ਮੈਂ ਕੋਸ਼ਿਸ਼ ਕਰੂੰਗਾ ਕਿ 1 ਘੰਟੇ ਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਸੂਫੀ ਕਾਵਿ ਦੇ ਬਾਰੇ ਜੋ ਮਹੱਤਵਪੂਰਨ ਸਾਡੇ ਨੁਕਤੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਸਕਾਂ ਤੇ ਅਗਲਾ 1 ਘੰਟਾ ਜਿਹੜਾ ਅਸੀਂ ਪੰਜਾਬੀ ਵੀਰ ਕਾਵਿ ਦੀ ਪਰੰਪਰਾ ਜਿਹੜੀ ਰਹੀ ਹੈ ਉਸ ਦੇ ਉੱਤੇ ਅਸੀਂ ਚਰਚਾ ਕਰ ਲਈਏ। ਤਾਂ ਬਿਨਾਂ ਕਿਸੇ ਭੂਮਿਕਾ ਦੇ ਆਪਾਂ ਸ਼ੁਰੂ ਕਰਦੇ ਹਾਂ, ਕਿਉਂਕਿ ਸਾਡੇ ਕੋਲ ਸਮਾਂ ਫਿਰ ਉਸ ਹਿਸਾਬ ਨਾਲ ਹੀ ਹੈ। ਤਾਂ ਕੁਝ 1-2 ਪ੍ਰਸ਼ਨਾਂ ਨਾਲ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਇਹ ਹੈ ਕਿ ਭਾਰਤ ਵਿੱਚ ਚਿਸ਼ਤੀ ਸਿਲਸਿਲੇ ਨਾਲ ਸੰਬੰਧਿਤ ਪਹਿਲਾ ਸੂਫੀ ਕਿਹੜਾ ਹੈ? ਕਿਹੜਾ ਪਹਿਲਾ ਸੂਫੀ ਹੈ ਜਿਸ ਨੇ ਭਾਰਤ ਦੇ ਵਿੱਚ ਚਿਸ਼ਤੀ ਸੰਪਰਦਾ ਦੀ ਨੀਂਹ ਰੱਖੀ? ਜੀ, ਬਹੁਤ ਸਾਰੇ ਵਿਦਿਆਰਥੀ ਨੇ ਸਹੀ ਜਵਾਬ ਦਿੱਤਾ ਇਹਦਾ, ਸਾਥੀਆਂ ਨੇ। ਇਹਦਾ ਸਹੀ ਜਵਾਬ ਆਪਸ਼ਨ ਏ ਹੀ ਹੈ ਜੀ। ਹਜ਼ਰਤ ਮੋਇਨੂਦੀਨ ਚਿਸ਼ਤੀ ਨੇ ਜਿਹੜੀ ਹੈ ਭਾਰਤ ਦੇ ਵਿੱਚ ਜਿਹੜੀ ਹੈ ਚਿਸ਼ਤੀ ਸੰਪਰਦਾਇ ਦੀ ਨੀਂਹ ਰੱਖੀ ਸੀ। ਤੇ ਪੰਜਾਬੀ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਜਿਹੜੇ ਸ਼ੇਖ ਫਰੀਦ ਜੀ ਨੇ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਚਿਸ਼ਤੀ ਸੰਪਰਦਾਇ ਦੀ ਨੀਂਹ ਰੱਖੀ। ਹਾਂਜੀ, ਅਗਲਾ ਸਵਾਲ ਸਾਡਾ ਹੈ, ਚਲੋ ਇੱਕ ਅੱਗੇ ਸਵਾਲ ਹੋਏਗਾ। ਚਲੋ ਤੇ ਅਸੀਂ ਸ਼ੁਰੂ ਕਰਦੇ ਹਾਂ ਇਸਲਾਮ ਦੇ ਬਾਨੀ ਤੋਂ। ਸਾਰੇ ਹੀ ਅਸੀਂ ਜਾਣਦੇ ਹੀ ਹਾਂ ਇਸੇ ਬਾਰੇ ਕਿ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਇਸਲਾਮ ਦੇ ਬਾਨੀ ਨੇ। ਇਹਨਾਂ ਦਾ ਜਿਹੜਾ ਸਮਾਂ 571 ਤੋਂ 632 ਈਸਵੀ ਦੇ ਦਰਮਿਆਨ ਮੰਨਿਆ ਜਾਂਦਾ ਹੈ। ਜੀਵਨ ਕਾਲ ਇਹਨਾਂ ਦੇ ਅੱਗੇ 4 ਖਲੀਫੇ ਨੇ, ਜਿਹੜੇ ਪਹਿਲੇ 4 ਖਲੀਫੇ ਹੋਏ ਇਹਨਾਂ ਦੇ ਵੰਸ਼ ਦੇ ਵਿੱਚੋਂ ਸਨ, ਜਿਨ੍ਹਾਂ ਦੇ ਨਾਮ ਇੱਥੇ ਤੁਹਾਡੇ ਸਕਰੀਨ ਦੇ ਉੱਤੇ ਨੇ। ਅਬੂ ਬਕਰ ਨੇ, ਉਮਰ, ਉਸਮਾਨ ਅਤੇ ਹਜ਼ਰਤ ਅਲੀ। ਓਕੇ, ਸੂਫੀ ਮਤ ਦਾ ਜਿਹੜਾ ਨਿਕਾਸ ਹੈ ਬਈ, ਉਹ ਜਿਹੜੇ ਇਹਨਾਂ ਦੇ ਚੌਥੇ ਖਲੀਫਾ ਨੇ ਇਸਲਾਮ ਦੇ, ਖਲੀਫਾ ਹਜ਼ਰਤ ਅਲੀ, ਜਿਨ੍ਹਾਂ ਦੇ ਅੱਗੇ 2 ਪੁੱਤਰ ਸਨ, ਇਮਾਮ ਹਸਨ ਤੇ ਇਮਾਮ ਹੁਸੈਨ, ਜਿਨ੍ਹਾਂ ਦਾ ਕਰਬਲਾ ਦੀ ਜੰਗ ਦੇ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ। ਜਿਨ੍ਹਾਂ ਦੀ ਇੱਕ ਕਾਫੀ ਦਰਦਨਾਕ ਜਿਹੜੀ ਹੈ ਸ਼ਹੀਦ, ਇਹ ਜਿਹੜੀ ਇਸਲਾਮ ਦੇ ਵਿੱਚ ਸ਼ਹੀਦ ਕਹੇ ਜਾਂਦੇ ਨੇ। ਠੀਕ ਹੈ, ਇਹਨਾਂ ਦੀ ਮੌਤ ਹੋਈ ਸੀ। ਤੇ ਖਲੀਫਾ ਹਜ਼ਰਤ ਅਲੀ ਦੇ ਨਾਲ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਸੂਫੀ ਮਤ ਦੇ ਨਿਕਾਸ ਨਾਲ ਸੰਬੰਧ ਜੋੜਿਆ ਜਾਂਦਾ। ਭਾਵੇਂ ਕਿ ਅਸੀਂ ਵੇਖਦੇ ਹਾਂ ਕਿ ਸਾਰੇ ਦੇ ਸਾਰੇ ਜਿਹੜੇ ਸੂਫੀ ਮਤ ਦੇ ਅਨੁਯਾਈ ਨੇ ਉਹ ਸਭ ਤੋਂ ਪਹਿਲਾਂ ਆਪਣਾ ਜਿਹੜਾ ਸੂਫੀ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਹੀ ਮੰਨਦੇ ਨੇ। ਉਸ ਤੋਂ ਬਾਅਦ ਜਿਹੜੇ ਨੇ 4 ਖਲੀਫੇ ਹੋਏ। ਪਰ ਜੇਕਰ ਅਸੀਂ ਵਿਧੀਵਤ ਰੂਪ ਦੇ ਵਿੱਚ ਦੇਖੀਏ ਤਾਂ ਹਜ਼ਰਤ ਅਲੀ ਦੇ ਉੱਤੇ ਜਿਹੜਾ ਹੈ ਕਾਫੀ ਜ਼ਿਆਦਾ ਜਿਹੜੀ ਹੈ ਸੂਫੀ ਮਤ ਦਾ ਪ੍ਰਭਾਵ ਸੀ, ਜਾਂ ਅਸੀਂ ਕਹਿ ਲਓ ਵੀ ਜਿਹੜੇ ਰਹੱਸਵਾਦੀ ਜਿਹੜੇ ਵਿਚਾਰ ਸਨ ਉਹ ਹਜ਼ਰਤ ਅਲੀ ਦੇ ਸਨ। ਤਾਂ ਅੱਗੇ ਉਹਨਾਂ ਦੇ 4 ਹੋਰ ਖਲੀਫੇ ਹੁੰਦੇ ਨੇ, ਉਹਨਾਂ ਦੇ ਵੀ ਸਕਰੀਨ ਦੇ ਉੱਤੇ ਨਾਮ ਹੈਗੇ ਨੇ। ਇਮਾਮ ਹਸਨ ਨੇ, ਹੁਸੈਨ ਨੇ, ਖਵਾਜਾ ਕਮੀਲ ਇਬਨ ਜयाद ਹੈ, ਹਜ਼ਰਤ ਇਮਾਮ ਹਸਨ ਬਸਰੀ ਹੈ। ਇਹ ਅੱਗੇ ਜਿਹੜੇ ਹਜ਼ਰਤ ਅਲੀ ਦੇ ਵੀ ਵਿਚਾਰਾਂ ਨੂੰ ਅੱਗੇ ਪ੍ਰਗਟਾਉਂਦੇ ਨੇ। ਤਾਂ ਫਿਰ ਅੱਗੇ ਸੂਫੀ ਮਤ ਦਾ ਜਿਹੜਾ ਵਿਕਾਸ ਹੈ, ਜੇਕਰ ਅਸੀਂ ਵੇਖੀਏ ਵਿਧੀਵਤ ਰੂਪ ਦੇ ਵਿੱਚ ਇੱਕ ਵਿਚਾਰਧਾਰਾ ਦੇ ਦ੍ਰਿਸ਼ਟੀਕੋਣ ਤੋਂ, ਜਦੋਂ ਉਹ ਇਸਲਾਮ ਦੇ ਰਹੱਸਵਾਦੀ ਵਿਚਾਰਾਂ ਨੂੰ ਪ੍ਰਗਟਾਉਣ ਵੱਲ ਉਹਲਦੇ ਨੇ, ਤਾਂ ਉਹ ਅਸਲ ਦੇ ਵਿੱਚ ਸੰਪਰਦਾਵਾਂ ਦੇ ਰੂਪ ਦੇ ਵਿੱਚ, ਜਾਂ ਅਜੋਕੇ ਸਮੇਂ ਕਈ ਅਸੀਂ ਸਕੂਲਾਂ ਦੇ ਰੂਪ ਦੇ ਵਿੱਚ ਹੀ ਹੁੰਦੇ ਨੇ। ਤਾਂ ਮੁੱਖ ਰੂਪ ਦੇ ਵਿੱਚ ਜਿਹੜੇ 14 ਸਿਲਸਿਲੇ ਜਾਂ ਸੰਪਰਦਾਵਾਂ ਨੇ ਉਹ ਕਾਫੀ ਪ੍ਰਸਿੱਧ ਨੇ। ਉਹਨਾਂ ਦਾ ਜ਼ਿਕਰ ਵੀ ਗਿਆਨ ਦੀ ਜਿਹੜਾ ਇੱਕ ਤੁਹਾਡੇ ਨਾਲ ਸਾਂਝੀ ਕਰ ਲਈ ਹੈ। ਅੱਗੇ ਜਦੋਂ ਅਸੀਂ ਸੂਫੀ ਦੇ ਅਰਥ ਦੇ ਬਾਰੇ ਗੱਲ ਕਰਦੇ
ਜਿਹੜਾ ਹੈ ਉਸ ਤੋਂ ਬਾਅਦ ਹੈ ਜਿਹੜਾ ਇਸਲਾਮੀ ਦੇ ਜਿਹੜਾ ਰਹੱਸਵਾਦ ਹੈ ਉਹਦੀ ਜਿਹੜੀ ਹੈ ਚਰਚਾ ਹੋਣੀ ਸ਼ੁਰੂ ਹੋ ਗਈ ਸੀ। ਤਾਂ ਇਹਨਾਂ ਦੇ ਨਾ ਜਿਹੜੇ ਨੇ ਅਰਥ ਵੱਖੋ ਵੱਖਰੇ ਕੱਢੇ ਨੇ। ਕਿਸੇ ਨੇ ਇਹ ਕਿਹਾ ਕਿ ਸੂਫੀ ਹੈ ਜਿਹੜਾ ਸਫਾ ਤੋਂ ਬਣਿਆ, ਤੇ ਸੁਫਾ ਦਾ ਅਰਥ ਹੁੰਦੇ ਨੇ ਚਬੂਤਰਾ। ਤੇ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਦੇ ਵਿੱਚ ਜਿਹੜੇ ਲੋਕ ਘਰ ਘਰ ਛੱਡ ਕੇ ਆ ਗਏ ਸਨ, ਜਿਨ੍ਹਾਂ ਨੇ ਸਭ ਕੁਝ ਤਿਆਗ ਦਿੱਤਾ ਸੀ, ਉਹਨਾਂ ਨੂੰ ਸੂਫੀ ਕਿਹਾ ਗਿਆ। ਇਹ ਤੋਂ ਇੱਕ ਹੋਰ ਅਲੱਗ ਅਗਲਾ ਸਾਡੇ ਕੋਲ ਮਤ ਇਹ ਮਿਲਦਾ ਹੈ ਕਿ ਸੱਪ ਤੋਂ ਬਣਿਆ ਹੈ। ਸੱਪ ਦਾ ਅਰਥ ਹੁੰਦਾ ਹੈ ਕਤਾਰ ਜਾਂ ਕਤਰ, ਠੀਕ ਹੈ ਜੀ। ਤਾਂ ਨਮਾਜ਼ ਪੜ੍ਹਨ ਵੇਲੇ ਜਿਹੜੇ ਸੂਫੀ ਪਹਿਲੇ ਹਜ਼ਰਤ ਮੁਹੰਮਦ ਸਾਹਿਬ ਦੀ ਪਹਿਲੀ ਕਤਾਰ ਦੇ ਵਿੱਚ ਪਹੁੰਚਦੇ ਹਨ, ਉਹਨਾਂ ਨੂੰ ਸੂਫੀ ਕਿਹਾ ਗਿਆ। ਸੋ ਬਣਿਆ। ਹਾਂਜੀ, ਮੈਨੂੰ ਪਤਾ ਲੱਗਾ ਕਿ ਮੇਰੀ ਆਵਾਜ਼ ਜਿਹੜੀ ਤੁਹਾਡੇ ਤੱਕ ਸਹੀ ਆਈ ਥਿੰਕ ਨਹੀਂ ਪਹੁੰਚ ਰਹੀ। ਹੁਣ ਮੇਰੀ ਆਵਾਜ਼ ਸਹੀ ਪਹੁੰਚ ਰਹੀ ਹੈ ਤੁਹਾਡੇ ਕੋਲ, ਕਿ ਅਜੇ ਵੀ ਕੋਈ ਕਿਸ ਤਰ੍ਹਾਂ ਦੀ ਦਿੱਕਤ ਹੈ? ਹਾਂਜੀ ਸਰ। ਨਾ, ਓਕੇ। ਓਕੇ, ਹੁਣ ਠੀਕ ਆ ਰਹੀ ਹੈ ਮੇਰੀ ਆਵਾਜ਼? ਓਕੇ, ਠੀਕ ਹੈ ਜੀ। ਠੀਕ ਹੈ। ਹਾਂਜੀ। ਹਾਂਜੀ, ਅਸੀਂ ਗੱਲ ਕਰ ਰਹੇ ਸੀਗੇ ਇਹਨਾਂ ਦੀ ਜਿਹੜੀ ਪਰਿਭਾਸ਼ਾ ਦਿੱਤੀ ਗਈ ਹੈ ਡਿਕਸ਼ਨਰੀ ਆਫ ਵਰਡਸ ਦੇ ਵਿੱਚ, ਜਿਹੜੀ ਆ ਉਹ ਯੂਨਾਨੀ ਸ਼ਬਦ ਦੇ ਵਿੱਚੋਂ ਨਿਕਲਿਆ ਇਹ ਅਰਥ ਸ਼ਬਦ ਮੰਨਿਆ ਜਾਂਦਾ, ਜਿਹਦਾ ਅਰਥ ਹੁੰਦੇ ਨੇ ਅਕਲ, ਬੁੱਧੀ ਜਾਂ ਸਾਫ਼ ਕਰਨਾ, ਪਵਿੱਤਰ ਕਰਨਾ, ਆਪਣਾ ਮਨ ਨੂੰ ਸਾਧਨਾ, ਸੰਸ਼ੋਧਨ ਕਰਨਾ। ਇਹਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਹੀ ਜਿਹੜੀ ਆ ਪਰਿਭਾਸ਼ਾ ਦਿੱਤੀ ਹੈ ਇਸ ਸੰਬੰਧੀ। ਇੱਕ ਸ਼ਬਦ ਜਿਹੜਾ ਸੂਫੀ ਸ਼ਬਦ ਸੂਫ ਤੋਂ ਨਿਕਲਿਆ, ਇਹਦੇ ਅਰਥ ਉੱਨੀ ਮੋਟਾ ਕੱਪੜਾ ਜਿਹੜਾ ਲਏ ਜਾਂਦੇ ਨੇ। ਇਹ ਮੰਨਿਆ ਜਾਂਦਾ ਕਿ ਅਰਬ ਦੇ ਵਿੱਚ ਜਿਹੜੇ ਦਰਵੇਸ਼ ਲੋਕ ਸਨ, ਜਿਹੜੇ ਰਸਵਾਦੀ ਵਿਚਾਰਾਂ ਨੂੰ ਪਰਨਾਏ ਹੋਏ ਸਨ, ਉਹ ਆਪਣਾ ਸਾਰਾ ਕੁਝ ਤਿਆਗ ਕਰਕੇ ਜਿਹੜੇ ਬਹੁਤ ਹੀ ਫਕੀਰੀ ਜਾਂ ਫਕਰ ਜੀਵਨ ਜਿਹੜਾ ਗੁਜ਼ਾਰਦੇ ਸਨ, ਤੇ ਮੋਟੇ ਉੱਨ ਦੇ ਕੱਪੜੇ, ਸੂਫੀ ਰੰਗ ਦੇ ਕਾਲੇ ਰੰਗ ਦੇ ਉੱਨ ਦੇ ਕੱਪੜੇ ਪਹਿਨਦੇ ਸਨ। ਤਾਂ ਇਹ ਮੰਨਿਆ ਗਿਆ, ਤੇ ਇਹਦੀ ਜਿਹੜੀ ਵਿਚਾਰ ਦੀ ਪ੍ਰੋੜਤਾ ਵੀ ਸਾਡੇ ਕੋਲ ਗੁਲਵੰਤ ਸਿੰਘ ਨੇ, ਡਾਕਟਰ ਗੁਲਵੰਤ ਸਿੰਘ, ਰਤਨ ਸਿੰਘ ਜੱਗੀ ਜਾਂ ਮੁਹੰਮਦ ਹਬੀਬ, ਇਹਨਾਂ ਨੇ ਕੀਤੀ ਹੈ ਕਿ ਅਸਲ ਦੇ ਵਿੱਚ ਜਿਹੜਾ ਇਹ ਸ਼ਬਦ ਇਸ ਉੱਨੀ ਮੋਟੇ ਕੱਪੜੇ ਦੇ ਜਿਹੜਾ ਸੂਫ ਵਾਲਾ ਕੱਪੜਾ ਸੀ ਉਹਦੇ ਵਿੱਚੋਂ ਹੀ ਪ੍ਰਚਲਿਤ ਹੋਇਆ ਹੈ। ਤਾਂ ਸੂਫੀ ਸ਼ਬਦ ਦੇ ਹਜ਼ਰਤ ਅਬਦੁਲ ਕਾਦਰ ਜਲਾਨੀ ਨੇ ਵੀ ਇਸ ਜਿਹੜੇ ਅਰਥ ਕੱਢੇ ਨੇ, ਉਹ ਭਾਵਵਾਚਕ ਅਸੀਂ ਕਹਿ ਸਕਦੇ ਹਾਂ ਵੀ ਅੱਲਾ ਦਾ ਪਾਕ ਕੀਤਾ ਹੋਇਆ। ਤਾਂ ਇਸ ਤਰ੍ਹਾਂ ਦੇ ਵੱਖੋ ਵੱਖਰੇ ਜਿਹੜੇ ਅਰਥ ਨੇ ਉਹ ਪ੍ਰਚਲਿਤ ਰਹੇ ਨੇ। ਹੁਣ ਠੀਕ ਆ ਰਹੀ ਹੈ ਮੇਰੀ ਆਵਾਜ਼? ਹਾਂਜੀ ਸਰ, ਠੀਕ ਆ ਰਹੀ ਹੈ ਹੁਣ? ਆਵਾਜ਼ ਠੀਕ ਚੱਲ ਰਹੀ ਹੈ? ਓਕੇ, ਠੀਕ ਹੈ ਜੀ, ਸ਼ੁਕਰੀਆ। ਠੀਕ ਹੈ ਜੀ, ਸ਼ੁਕਰੀਆ। ਹਾਂਜੀ, ਤਾਂ ਪ੍ਰੋਫੈਸਰ ਗੁਲਵੰਤ ਸਿੰਘ ਦਾ ਇਹ ਵਿਚਾਰ ਬੜਾ ਹੀ ਮਹੱਤਵਪੂਰਨ ਹੈ। ਇਸ ਨੂੰ ਤੁਸੀਂ ਬਾਅਦ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸੂਫੀਵਾਦ ਸਮੁੱਚੀ ਇਸਲਾਮੀ ਧਰਮ ਸੰਸਕ੍ਰਿਤੀ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਭਾਗ ਜਿਹੜਾ ਹੈ ਗੁਲਵੰਤ ਸਿੰਘ ਨੇ ਮੰਨਿਆ ਹੈ। ਤੇ ਵਿਸ਼ਵ ਦੇ ਧਰਮਾਂ ਦੇ ਸੰਦਰਭ ਵਿੱਚ ਵਿਵੇਚਨ ਕਰਨ ਵਾਲੇ ਵਿਦਵਾਨਾਂ ਨੇ ਸਵੀਕਾਰ ਕੀਤਾ ਕਿ ਅਧਿਆਤਮਿਕ ਅਨੁਭਵ ਭਾਵੇਂ ਕਿੰਨਾ ਵੀ ਸੂਖਮ ਹੋਵੇ, ਉਸ ਨੂੰ ਪ੍ਰਗਟਾਉਣ ਤੇ ਜੀਵਨ ਦੇ ਵਿੱਚ ਲਾਗੂ ਜਾਂ ਚਿਤਰਾਰਥ ਕਰਨ ਲਈ ਹਰੇਕ ਸਾਧਕ ਧਰਮ ਦਾ ਹੀ ਮੁਹਾਵਰਾ ਵਰਤਦਾ। ਭਾਵ ਵੀ ਆ ਜਿਹੜੇ ਸੂਫੀ ਨੇ, ਜਿਹੜੇ ਸੂਫੀ ਮੱਤ ਹੈ ਜਿਹੜਾ, ਉਹ ਅਸਲ ਦੇ ਵਿੱਚ ਜਿਹੜਾ ਇਸਲਾਮ ਦੀ ਹੀ ਇੱਕ ਤਰ੍ਹਾਂ ਦੀ ਅਗਲੀ ਕੜੀ ਦੇ ਰੂਪ ਦੇ ਵਿੱਚ, ਕਿਉਂਕਿ ਹਰੇਕ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਹੀ ਹੋਇਆ, ਪਹਿਲਾਂ ਧਰਮ ਦੀ ਨੂੰ ਮੰਨਿਆ ਗਿਆ ਤੇ ਉਸ ਤੋਂ ਬਾਅਦ ਉਹਦੇ ਵਿਚਾਰਾਂ ਨੂੰ ਅੱਗੇ ਵੱਖੋ ਵੱਖਰੇ ਦ੍ਰਿਸ਼ਟੀਕੋਣਾਂ ਤੋਂ ਫੈਲਾਇਆ ਗਿਆ ਹੈ। ਤਾਂ ਪਹਿਲਾ ਇੱਕ ਪ੍ਰਸ਼ਨ ਹੋਰ ਤੁਹਾਡੇ ਨਾਲ ਸੰਬੰਧਿਤ ਇੱਥੇ ਜੋੜਦੇ ਹਾਂ ਮੈਂ, ਕਿ ਤਸੱਵੁਫ ਦਾ ਅਰਥ ਤੁਸੀਂ ਕੀ ਲੈਂਦੇ ਹੋ? ਤਸੱਵੁਫ ਦਾ ਅਰਥ ਕੀ ਹੈ? ਹਾਂਜੀ, ਥੋੜਾ ਜਲਦੀ ਦੇਣਾ ਜੀ ਜਵਾਬ।
ਹਾਂਜੀ, ਇਹਦਾ ਜਿਹੜਾ ਸਹੀ ਜਵਾਬ ਹੈ ਉਹ ਆਪਸ਼ਨ ਬੀ ਰਹੱਸਵਾਦ ਹੈ। ਠੀਕ ਹੈ ਜੀ। ਰਹੱਸਵਾਦ ਨੂੰ ਜਿਹੜਾ ਤਸੱਵੁਫ ਕਿਹਾ ਗਿਆ, ਇਹਨੂੰ ਇਸਲਾਮੀ ਰਹੱਸਵਾਦ ਦੇ ਨਾਲ ਜੋੜਿਆ ਗਿਆ। ਅਸੀਂ ਆਰੰਭ ਦੇ ਵਿੱਚ ਇਸ ਦੇ ਬਾਰੇ ਗੱਲ ਕਰਦੇ ਆ ਰਹੇ ਹਾਂ ਕਿ ਸੂਫੀਆਂ ਦਾ ਸੰਬੰਧ ਅਸਲ ਦੇ ਵਿੱਚ ਸ਼ਰੀਅਤ ਦੇ ਨਿਯਮਾਂ ਨਾਲ ਨਹੀਂ ਹੈ ਮੁੱਖ ਰੂਪ ਦੇ ਵਿੱਚ, ਹਨਾ। ਸ਼ਰੀਅਤ ਨੂੰ ਜਿਹੜਾ ਦੇ ਪ੍ਰਚਾਰ ਨੂੰ ਜਿਹੜਾ ਉਹ ਦੂਸਰੇ ਦ੍ਰਿਸ਼ਟੀਕੋਣ ਭਾਵ ਰਹੱਸਵਾਦ ਦੇ ਦ੍ਰਿਸ਼ਟੀਕੋਣ ਤੋਂ ਇਸਲਾਮ ਦਾ ਪ੍ਰਚਾਰ ਹੈ ਜਿਹੜਾ ਕਰਦੇ ਨੇ। ਤੇ ਉਹਦੇ ਵਿੱਚ ਅੱਗੇ ਸਾਰੇ ਜਿਹੜੇ ਨੇ ਹਿੱਸਾ ਨੇ, ਪ੍ਰੇਮਾ ਭਗਤੀ ਵੀ ਹੈ, ਸਮਰਪਣ ਵੀ ਬਣਦਾ ਹੈ। ਹਾਂਜੀ, ਅੱਗੇ ਅਸੀਂ ਜੇਕਰ ਗੱਲ ਕਰੀਏ ਥੋੜੇ ਜਿਹੇ ਹੋਰ ਪਿਛਾਂ ਦੀ, ਤਾਂ ਪਹਿਲੇ ਦੌਰ ਦੇ ਸੂਫੀਆਂ ਦੇ ਵਿੱਚ ਇਹ ਨਾਮ ਜਿਹੜੇ ਨੇ ਸ਼ਾਮਲ ਨੇ। ਹਸਨ ਬਸਰੀ ਨੇ, ਰਾਬਿਆ, ਇਮਾਮ ਜਾਫਰ ਸਦੀਕ ਹੈ। ਜਿਵੇਂ ਇੱਥੇ ਆ ਹੀ ਗਿਆ ਇਹਦਾ ਜਵਾਬ। ਯੂਨਾਨੀ ਅਸਲ ਦੇ ਵਿੱਚ ਜਿਹੜਾ ਸੂਫੀ ਹੈ ਜਾਂ ਸੂਫੀ ਮੱਤ ਹੈ, ਉਹਨੇ ਬਹੁਤ ਸਾਰੇ ਜਿਹੜੇ ਨੇ ਦੁਨੀਆ ਦੇ ਦੇਸ਼ਾਂ ਦੇ ਫਲਸਫਿਆਂ ਨੂੰ ਗ੍ਰਹਿਣ ਕੀਤਾ। ਵੱਖੋ ਵੱਖਰੇ ਦੁਨੀਆ ਦੇ ਦੇਸ਼ਾਂ ਦੇ ਧਰਮਾਂ ਨੂੰ ਵੀ ਕਿਸੇ ਨਾ ਕਿਸੇ ਪ੍ਰੋਖ ਜਾਂ ਪ੍ਰਤੱਖ ਰੂਪ ਦੇ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਅਪਣਾਇਆ। ਤਾਂ ਇਹ ਮੰਨਿਆ ਜਾਂਦਾ ਕਿ ਸੂਫੀ ਮੱਤ ਦੇ ਉੱਤੇ ਜਿਹੜਾ ਹੈ ਯੂਨਾਨ ਦੇ ਨਵ ਅਫਲਾਤੂਨੀ ਫਲਸਫੇ ਦਾ ਵੀ ਪ੍ਰਭਾਵ ਪਿਆ, ਬੁੱਧ ਮੱਤ ਦਾ ਵੀ ਪ੍ਰਭਾਵ ਪਿਆ, ਵੈਦਾਂਤ ਤੇ ਈਸਾਈ ਧਰਮ ਦਾ ਵੀ ਜਿਹੜਾ ਮੱਤ ਦਾ ਵੀ ਪ੍ਰਭਾਵ ਪਿਆ ਹੈ। ਤਾਂ ਇਹ ਜਿਹੜਾ ਹੈ ਪ੍ਰਭਾਵ ਆ ਜਿਹੜਾ ਵੱਖੋ ਵੱਖਰੇ ਸਮੇਂ ਦੇ ਵਿੱਚ ਜਿਹੜੇ ਨੇ ਸੂਫੀ ਮੱਤ ਦੇ ਅਨੁਯਾਈ ਕਬੂਲਦੇ ਗਏ, ਤੇ ਉਹਨਾਂ ਦਾ ਜਿਹੜਾ ਸੂਫੀਵਾਦ ਹੈ ਜਾਂ ਸੂਫੀ ਮੱਤ ਹੈ ਉਹ ਫਲਸਫੇ ਪੱਖੋਂ, ਵਿਚਾਰਧਾਰਾ ਪੱਖੋਂ ਹੋਰ ਮੌਕਲਾ ਹੁੰਦਾ ਗਿਆ, ਵਸੀਹ ਉਹਦਾ ਖੇਤਰ ਬਣਦਾ ਗਿਆ। ਤੇ ਇਹ ਮੰਨਿਆ ਜਾਂਦਾ ਕਿ ਈਰਾਨ ਦੇ ਵਿੱਚ ਜਾ ਕੇ, ਜਦੋਂ ਈਰਾਨ ਦੇ ਵਿੱਚ ਸੂਫੀ ਮੱਤ ਜਿਹੜਾ ਦਾ ਆਰੰਭ ਹੋਇਆ ਜਾਂ ਪ੍ਰਫੁੱਲਤ ਹੋਇਆ, ਤਾਂ ਉਹ ਪਹਿਲੇ ਜਿਹੜੇ ਅਰਬ ਦੇ ਵਿਚਲਾ ਜਿਹੜਾ ਸੂਫੀਵਾਦ ਸੀ, ਉਹ ਤੋਂ ਕਾਫੀ ਚੀਜ਼ਾਂ ਉਹਨੇ ਵੱਖਰੀਆਂ ਧਾਰਨ ਕਰ ਲਈਆਂ। ਭਾਵ ਇਹ ਸਾਰੇ ਜਿਹੜੇ ਨੇ ਵਿਚਾਰ ਉਹ ਧਾਰਨ ਕਰ ਗਿਆ, ਜਿਹਦੇ ਵਿੱਚ ਹਕੀਮ ਸਨਾਈ, ਸ਼ੇਖ ਹਤਾਰ ਮਨਸੂਰ, ਇਮਾਮ ਗਜ਼ਾਲੀ, ਮੌਲਾਨਾ ਰੂਮੀ ਵਰਗੇ ਜਿਹੜੇ ਨੇ ਸੂਫੀ ਕਵੀ ਹੋਏ, ਜਿਨ੍ਹਾਂ ਨੇ ਇਸ ਨੂੰ ਹੋਰ ਜਿਹੜਾ ਮੱਤ ਨੂੰ ਵਿਸ਼ਾਲ ਕੀਤਾ। ਤਾਂ ਇੱਕ ਹੋਰ ਪ੍ਰਸ਼ਨ ਇੱਥੇ ਤੁਹਾਡੇ ਨਾਲ ਚਲਦੇ ਸਾਂਝਾ ਕਰ ਰਹੇ ਹਾਂ ਕਿ ਸੂਫੀ ਮੱਤ ਅਨੁਸਾਰ ਆਤਮਿਕ ਗਿਆਨ ਦੀ ਕਿਹੜੀ ਮੰਜ਼ਿਲ ਹੈ? ਸੂਫੀ ਆਤਮਿਕ ਗਿਆਨ ਦੀ ਕਿਹੜੀ ਮੰਜ਼ਿਲ ਇੱਥੇ ਮੰਨਦੇ ਨੇ ਇਹਨਾਂ ਚਾਰਾਂ ਦੇ ਵਿੱਚੋਂ? ਹਾਂਜੀ, ਆਪਣੇ ਕੋਲ ਕੁਝ ਕੁ ਸੈਕਿੰਡ ਹੀ ਹਨ। ਓਕੇ। ਹਾਂਜੀ, ਇਹਦਾ ਸਹੀ ਜਵਾਬ ਹੋਣਾ ਚਾਹੀਦਾ ਆਪਸ਼ਨ ਬੀ, ਤਰੀਕਤ। ਜਿਹੜੇ ਨੇ ਸੂਫੀ ਮੱਤ ਦੇ ਅਨੁਸਾਰ ਜਾਂ ਸੂਫੀਆਂ ਦੇ ਅਨੁਸਾਰ ਜਿਹੜੇ ਆਤਮਿਕ ਗਿਆਨ ਤੱਕ ਪਹੁੰਚਣ ਦੀ ਜਿਹੜੀ ਮੰਜ਼ਿਲ ਹੈ ਉਹ ਦੂਸਰਾ ਪੜਾਅ ਤਰੀਕਤ ਦਾ ਪੜਾਅ ਹੈ ਜੀ। ਇਹਦੇ ਬਾਰੇ ਅੱਗੇ ਚੱਲ ਕੇ ਆਪਾਂ ਚਰਚਾ ਵੀ ਕਰਾਂਗੇ। ਹਾਂਜੀ, ਜਿਹੜੀ ਇਹ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰ ਰਹੇ ਸੀ ਅਸੀਂ ਕਿ ਇਸ ਸੂਫੀ ਮੱਤ ਦੇ ਉੱਤੇ ਪ੍ਰਭਾਵ ਨੇ, ਇਸ ਨੂੰ ਤੁਸੀਂ ਬਾਅਦ ਦੇ ਵਿੱਚ ਦੇਖ ਸਕਦੇ ਹੋ ਕਿ ਨਵ ਅਫਲਾਤੂਨ ਤੋਂ ਉਹਨਾਂ ਨੇ ਕੀ ਅਪਣਾਇਆ। ਈਸਾਈਅਤ ਦੇ ਤੇ ਬੁੱਧ ਮੱਤ ਦਾ ਪ੍ਰਭਾਵ ਤੁਸੀਂ ਦੇਖ ਸਕਦੇ ਹੋ। ਨਿਮਰਤਾ, ਹਲੀਮੀ, ਤਿਆਗ ਵਰਗੇ ਜਿਹੜੇ ਸੰਕਲਪ ਨੇ ਉਹ ਜਿਹੜੇ ਨੇ ਇਹਨਾਂ ਦੋ ਮਤਾਂ ਚੋਂ, ਇਹਨਾਂ ਦੋ ਫਲਸਫਿਆਂ ਦੇ ਵਿੱਚੋਂ ਅਪਣਾਏ। ਮੁੱਖ ਰੂਪ ਦੇ ਵਿੱਚੋਂ ਇਸਲਾਮ ਦੇ ਵਿੱਚੋਂ ਹੀ ਫੁੱਟਿਆ ਹੈ ਸੂਫੀ ਮੱਤ ਜਾਂ ਸੂਫੀਵਾਦ। ਇਹ ਤੋਂ ਇਲਾਵਾ ਉਹਨਾਂ ਨੇ ਭਾਰਤ ਦੇ ਵਿਚਲੇ ਵੈਦਾਂਤ ਅਤੇ ਫਲਸਫੇ ਨੂੰ ਵੀ ਅਪਣਾਇਆ, ਜਿਹਦੇ ਵਿੱਚ ਸਰਬ ਬ੍ਰਹਮ ਦਾ, ਗੁਰੂ ਸਿਮਰਨ, ਜਾਪ, ਭਗਤੀ, ਇਹਦਾ ਜਿਹੜੇ ਸੰਕਲਪ ਆਏ ਨੇ। ਉਪਰਾਮਤਾ, ਸਵੈ ਪ੍ਰਕਾਸ਼, ਸੌਂਦਰਯ ਵਰਗੇ ਜਿਹੜੇ ਨੇ ਉਹ ਨਵ ਅਫਲਾਤੂਨ ਦੇ ਵਿੱਚੋਂ ਆਏ ਨੇ। ਤਾਂ ਕੁੱਲ ਮਿਲਾ ਕੇ ਅਸੀਂ ਜੇਕਰ ਇੱਥੇ ਗੱਲ ਕਰੀਏ ਕਿ ਸੂਫੀਵਾਦ ਸਿਰਫ ਪਹਿਰਾਵਾ ਅੱਜ ਓਕੇ ਸਮੇਂ ਦੇ ਵਿੱਚ ਨਹੀਂ ਰਿਹਾ। ਅਸੀਂ ਸਾਰੇ ਹੀ ਜਾਣਦੇ ਹਾਂ, ਇਸ ਨੂੰ ਬਹੁਤੀ ਕੋਈ ਡਿਟੇਲ ਦੇ ਵਿੱਚ ਸਾਨੂੰ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਇੱਕ ਤਰ੍ਹਾਂ ਦਾ ਅਧਿਆਤਮਕ ਫਲਸਫਾ, ਅਧਿਆਤਮਕ ਰੂਹਾਨੀ ਰਹੱਸਵਾਦੀ ਫਲਸਫਾ ਹੈ ਸੂਫੀ। ਠੀਕ ਹੈ ਜੀ, ਜਿਹੜਾ ਕਿ ਵਹਿਦਤ ਉਲ ਵਜੂਦ ਦੇ ਸਿਧਾਂਤ ਨੂੰ ਅਪਣਾ ਕੇ ਚੱਲਦਾ ਹੈ। ਵਹਿਦਤ ਉਲ ਵਜੂਦ ਦਾ ਸਿਧਾਂਤ ਜਿਹੜਾ ਬੰਦੇ ਅਤੇ ਖੁਦਾ ਦੀ ਅਭੇਦਤਾ ਦੇ ਉੱਤੇ ਬਲ ਦਿੰਦਾ ਹੈ। ਏਕਤਾ ਵਿੱਚ ਅਨੇਕਤਾ ਤੇ ਅਨੇਕਤਾ ਦੇ ਵਿੱਚ ਏਕਤਾ ਦੇ ਸੰਕਲਪ ਨੂੰ। ਭਾਵ ਜਿਹੜਾ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਵੈਦਾਂਤ ਦਾ ਜਿਹੜਾ ਅਦਵੈਤਵਾਦ ਹੈ, ਠੀਕ ਹੈ ਜੀ,
ਉਹ ਏਕਤਾ 'ਚ ਅਨੇਕਤਾ, ਅਨੇਕਤਾ 'ਚ ਏਕਤਾ ਜਿਹੜਾ ਉਸ ਨੂੰ ਉਸ ਫਲਸਫੇ ਨੂੰ ਅਪਣਾ ਕੇ ਚੱਲਦਾ ਹੈ। ਤੇ ਸਾਰੇ ਦੇ ਸਾਰੇ ਪੰਜਾਬੀ ਸੂਫੀ ਕਵੀ ਨੇ ਉਹ ਇਸ ਦ੍ਰਿਸ਼ਟੀਕੋਣ ਤੋਂ ਹੀ ਆਪਣੇ ਵਿਚਾਰਾਂ ਨੂੰ ਪ੍ਰਗਟਾਉਂਦੇ ਰਹੇ। ਤਾਂ ਕੁੱਲ ਮਿਲਾ ਕੇ ਸੂਫੀ ਸੱਚਮੁੱਚ ਇੱਕ ਤੀਬਰ ਭਗਤੀ ਵਾਲਾ ਮਤ ਸੀ। ਇਸ਼ਕ ਜਿਸ ਦਾ ਬਲਬਲਾ ਸੀ, ਕਵਿਤਾ, ਸੰਗੀਤ ਤੇ ਨਾਚ ਜਿਸ ਦੀ ਉਪਾਸਨਾ ਸੀ, ਰੱਬ ਨਾਲ ਅਭੇਦਤਾ ਜਿਸ ਦਾ ਆਦਰਸ਼ ਸੀ। ਇਹਨਾਂ ਚਾਰ ਗੱਲਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਭ ਕੁਝ ਸਮਾ ਜਾਂਦਾ ਹੈ। ਤੇ ਸੂਫੀਆਂ ਨੇ ਵੱਖੋ ਵੱਖਰੀਆਂ ਮਾਰਗਾਂ ਦੀ ਜਾਂ ਮੰਜ਼ਿਲਾਂ ਦੀ ਗੱਲ ਜਿਹੜੀ ਆ ਉਹ ਸਮੇਂ-ਸਮੇਂ ਤੇ ਕੀਤੀ ਹੈ। ਛੇ ਕਤਾਰ ਸੂਫੀ ਹੋਏ ਨੇ, ਉਹਨਾਂ ਨੇ 7 ਮੰਜ਼ਿਲਾਂ ਸੂਫੀਆਂ ਦੀ ਗਿਣੀਆਂ: ਤਲਬ, ਇਸ਼ਕ, ਮਾਰਫਤ, ਇਸਤਗਨਾ, ਤੌਹੀਦ। ਇਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਹੈਰਤ, ਫਕਰੋ ਫਨਾ। ਠੀਕ ਹੈ ਜੀ, ਇਹ 7 ਮੰਜ਼ਿਲਾਂ ਜਿਹੜੀਆਂ ਨੇ, ਛੇ ਅਤਾਰ ਨੇ ਜਾਂ ਪੜਾਅ ਜਿਹੜੇ ਨੇ ਸੂਫੀਆਂ ਦੇ ਮੰਨੇ ਵੀ ਹਰੇਕ ਸੂਫੀ ਨੂੰ ਇਹਨਾਂ 7 ਪੜਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਤੇ ਅਖੀਰਲੀ ਜਿਹੜੀ ਉਹਦੀ ਮੰਜ਼ਿਲ ਹੈ ਫਕਰੋ ਫਨਾ ਦੀ, ਸਮਰਪਿਤ, ਪੂਰੀ ਤਰ੍ਹਾਂ ਅਭੇਦ ਹੋ ਜਾਣਾ ਖੁਦਾ ਦੇ ਵਿੱਚ, ਉਹਦੀ ਦੱਸੀ ਹੈ। ਅੱਗੇ ਸੂਫੀ ਸਾਧਕਾਂ ਦੀ ਤਪੱਸਿਆ ਦੇ 4 ਪੜਾਅ ਨੇ ਜੀ, ਜਿਹੜੇ ਇਸਲਾਮ ਦੇ ਸ਼ਰੀਅਤ ਤੋਂ ਹਰੇਕ ਸੂਫੀ ਉਹ ਜਿਹੜਾ ਆਪਣਾ ਸਫ਼ਰ ਸ਼ੁਰੂ ਕਰਦਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਸਾਰੇ ਦੇ ਸਾਰੇ ਜਿਹੜੇ ਸੂਫੀ ਹੋਏ ਨੇ ਉਹ ਮੁੱਖ ਰੂਪ ਦੇ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲੇ ਹੀ ਹੋਏ ਨੇ। ਤੇ ਇਸਲਾਮ ਧਰਮ ਦੇ ਵਿੱਚ, ਅਕੀਦੇ ਦੇ ਵਿੱਚ ਤੇ ਹਜ਼ਰਤ ਮੁਹੰਮਦ ਸਾਹਿਬ ਦੇ ਵਿੱਚ ਜਿਹੜੇ ਨੇ ਉਹਨਾਂ ਦਾ ਅਟਲ ਵਿਸ਼ਵਾਸ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਹੀ ਫਿਰ ਉਹਨਾਂ ਦਾ ਅਗਲਾ ਸਫ਼ਰ ਸ਼ੁਰੂ ਹੁੰਦਾ। ਸ਼ਰੀਅਤ ਨੂੰ ਸਿਰਫ ਪਹਿਲਾ ਪੜਾਅ ਮੰਨ ਕੇ ਚੱਲਦੇ ਨੇ, ਕਿਉਂਕਿ ਇਹਦੇ ਵਿੱਚੋਂ ਕੋਈ ਨਾ ਕੋਈ ਪ੍ਰਸ਼ਨ ਆਉਣ ਦੀ ਸੰਭਾਵਨਾ ਹੈ। ਇਸ ਕਰਕੇ ਇਸ ਪਾਰਟ ਨੂੰ ਤੁਸੀਂ ਥੋੜਾ ਜਿਹਾ ਜ਼ਿਆਦਾ ਧਿਆਨ ਨਾਲ ਸਮਝਣਾ ਕਿ ਇਹ ਸਿਰਫ ਸ਼ਰੀਅਤ ਜਿਹਦੇ ਵਿੱਚ ਸ਼ਰ੍ਹਾ ਦੇ ਨਿਯਮਾਂ ਦੇ ਵਿੱਚ ਜਿਹੜਾ ਬੰਨ ਕੇ ਪਹਿਲੇ ਸੂਫੀ ਸ਼ੁਰੂ ਕਰਦੇ ਨੇ ਆਪਣਾ ਸਫ਼ਰ। ਉਸ ਤੋਂ ਬਾਅਦ ਫਿਰ ਉਹ ਜਿਹੜੇ ਆ ਤਰੀਕਤ ਦੇ ਵਿੱਚ ਆਉਂਦੇ ਨੇ, ਜਿਹਦੇ ਵਿੱਚ ਉਹਨਾਂ ਨੇ ਆਤਮ ਤਿਆਗ ਦੀ ਅਸੀਂ ਗੱਲ ਕਰਦੇ ਹਾਂ, ਜਿਹ 'ਚ ਮਨ ਨੂੰ ਮਾਰਨਾ, ਰੋਜੇ ਰੱਖਣੇ, ਸਬਰ ਕਰਨਾ, ਰਾਜੀ ਰਾਜਾ ਰਹਿਣਾ, ਭਾਵ ਅੰਦਰਲੇ ਮਨ ਦੀ ਸ਼ੁੱਧੀ ਹੈ ਜਿਹੜੀ ਉਹ ਤਰੀਕਤ ਦੇ ਤੱਕ ਦੇ ਦੂਜੇ ਸਫ਼ਰ ਤੱਕ ਹੁੰਦੀ ਹੈ। ਇਸ ਤੋਂ ਅਗਲਾ ਪੜਾਅ ਸ਼ੁਰੂ ਹੁੰਦਾ ਮਾਰਫਤ ਦਾ, ਜਿਹਦੇ ਨੂੰ ਅਸੀਂ ਕਹਿੰਦੇ ਹਾਂ ਗਿਆਨ ਦੀ ਪ੍ਰਾਪਤੀ, ਜਿਹਨੂੰ ਅਸੀਂ ਦੇਖਦੇ ਹਾਂ ਵੈਦਾਂਤ ਦੇ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਵੀ ਜੋੜਿਆ ਹੋਇਆ। ਤਾਂ ਇਹ ਜਿਹੜਾ ਉਸ ਨਾਲ ਸੰਕਲਪ ਜੁੜਦਾ ਹੈ, ਜਿੱਥੇ ਆ ਕੇ ਜਿਹੜਾ ਸਾਧਕ ਹੈ ਉਹਨੂੰ ਗਿਆਨ ਹੋ ਜਾਂਦਾ ਆਪਣੇ ਬਾਰੇ। ਠੀਕ ਹੈ ਜੀ, ਇੱਕ ਤਰ੍ਹਾਂ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਤੇ ਉਹ ਆਪਣੇ ਆਪ ਤੇ ਕਾਬੂ ਪਾਉਣਾ ਸਿੱਖ ਜਾਂਦਾ ਹੈ ਪੂਰੀ ਤਰ੍ਹਾਂ। ਤਾਂ ਚੌਥੀ ਜਿਹੜੀ ਮੰਜ਼ਿਲ ਹੈ ਜਾਂ ਪੜਾਅ ਹਕੀਕਤ ਦਾ ਹੈ, ਜਿੱਥੇ ਆ ਕੇ ਉਹ ਪ੍ਰਿਆ ਤੇ ਪ੍ਰੀਤਮ, ਸਾਧਕ ਤੇ ਖੁਦਾ, ਠੀਕ ਹੈ ਜੀ, ਤੇ ਚੇਲਾ ਤੇ ਗੁਰੂ, ਇਸ ਜਿਹੜੇ ਆ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਜਿਹੜੇ ਅਸੀਂ ਕਹਿ ਸਕਦੇ ਹਾਂ ਵੰਡੀਆਂ ਨੇ, ਵੰਡਾਂ ਮਹਿਸੂਸ ਕਰਦੇ ਨੇ, ਉਹ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ ਤੇ ਉਹ ਖੁਦਾ ਦੇ ਨਾਲ ਇੱਕ ਮਿਕ ਹੋਣ ਦੀ ਅਵਸਥਾ, ਮਾਨਸਿਕ ਤੌਰ ਦੇ ਉੱਤੇ ਇੱਕ ਖੁਦਾ ਦੇ ਵਿੱਚ ਅਭੇਦ ਹੋਣ ਦੀ ਅਵਸਥਾ, ਜਿਹਨੂੰ ਅਸੀਂ ਜਿਹੜਾ ਦੇਖਦੇ ਹਾਂ ਕਿ ਹਿੰਦੂ ਧਰਮ ਦੇ ਵਿੱਚ ਜਾਂ ਇਸਲਾਮ ਸਿੱਖ ਧਰਮ ਦੇ ਵਿੱਚ ਵੀ ਜਿਹੜੇ ਆ ਇਸ ਨੂੰ ਜਿਹੜਾ ਅਖੀਰਲੀ ਜਿਹੜੀ ਅਵਸਥਾ ਮੰਨੀ ਗਈ ਹੈ, ਜਦੋਂ ਪੂਰੀ ਤਰ੍ਹਾਂ ਹੀ ਤੂੰ ਵਾਲੀ ਅਵਸਥਾ ਖਤਮ ਹੋ ਜਾਣੀ ਹੈ, ਮੈਂ ਵਾਲੀ ਅਵਸਥਾ ਖਤਮ ਹੋ ਜਾਣੀ ਆ। ਤੇ ਇਹ ਜਿਹੜੀ ਇਹ 4 ਮੰਜ਼ਿਲਾਂ ਨੇ। ਠੀਕ ਹੈ ਜੀ, ਅੱਗੇ ਭਾਰਤ ਵਿੱਚ ਜਿਹੜਾ ਸੂਫੀਵਾਦ ਦਾ ਆਗਮਨ ਕਿਵੇਂ ਹੋਇਆ, ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਸੂਫੀਵਾਦ ਆ ਜਿਹੜਾ ਭਾਰਤ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਿਹੜਾ ਅਰਬ ਦੇ ਵਿੱਚ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕਾ ਸੀ, ਉਹ ਵਿਕਸਿਤ ਹੋ ਚੁੱਕਾ ਸੀ, ਆਪਣੇ ਸਿਖਰ ਤੇ ਪਹੁੰਚ ਚੁੱਕਾ ਸੀ। ਤੇ ਭਾਰਤ ਦੇ ਵਿੱਚ ਜਿਹੜਾ ਇਹਦਾ ਆਗਮਨ ਆ ਉਹ 8ਵੀਂ ਸਦੀ ਦੇ ਆਰੰਭ ਦੇ ਵਿੱਚ ਮੰਨਿਆ ਜਾਂਦਾ ਹੈ। ਤੇ ਮੁਹੰਮਦ ਗਜ਼ਨਵੀ ਨੇ ਜਦੋਂ ਉੱਤਰੀ ਭਾਰਤ ਦੇ ਉੱਤੇ ਹਮਲੇ ਕੀਤੇ ਤਾਂ ਉਹਨਾਂ ਨਾਲ ਮੰਨਿਆ ਜਾਂਦਾ ਕਿ ਬਹੁਤ ਸਾਰੇ ਜਿਹੜੇ ਨੇ ਸੂਫੀ ਵੀ ਭਾਰਤ ਦੇ ਵਿੱਚ ਦਾਖਲ ਹੁੰਦੇ ਨੇ। ਤੇ ਉਸ ਤੋਂ ਬਾਅਦ ਫਿਰ ਜਿਹੜੀ ਪਰੰਪਰਾ ਪੂਰੇ ਭਾਰਤ ਦੇ ਵਿੱਚ ਚੱਲਦੀ ਹੈ। ਤੇ ਇਹ ਵੀ ਮੰਨਿਆ ਜਾਂਦਾ ਕਿ ਉਹਨੇ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਜਾਂ ਇਸਲਾਮ ਧਰਮ ਦੇ ਵਿੱਚ ਭਾਰਤੀ ਲੋਕ ਨਹੀਂ ਗਏ, ਜਿੰਨੇ ਸੂਫੀਆਂ ਨੇ ਆਪਣੇ ਵਿਚਾਰਾਂ ਨਾਲ, ਆਪਣੇ ਵਿਵਹਾਰ ਨਾਲ ਜਿਹੜੇ ਨੇ ਉਹ ਕਨਵਰਟ ਕੀਤੇ ਨੇ, ਹਨਾ। ਤਾਂ ਇਹ ਜਿਹੜੀ ਇੱਕ ਥੋੜੀ ਜਿਹੀ ਲਿਸਟ ਹੈ, ਇਸ ਨੂੰ ਤੁਸੀਂ ਦੇਖ ਸਕਦੇ ਹੋ। ਇਹ ਸਾਰੇ ਦੇ ਸਾਰੇ ਜਿਹੜੇ ਨੇ ਭਾਰਤ ਦੇ ਵਿੱਚ ਜਿਹੜੇ ਨੇ ਸੂਫੀਵਾਦ ਦਾ ਆਗਮਨ ਕਰਨ ਵਾਲੇ ਹਨ। ਹਾਂਜੀ, ਇਹ ਅੱਗੇ ਪੰਜਾਬੀ ਸੂਫੀ ਕਵੀ ਸਾਡਾ ਵਧੇਰੇ ਸੰਬੰਧ, ਕਿਉਂਕਿ ਪੰਜਾਬੀ ਸੂਫੀ ਕਵੀਆਂ ਨਾਲ ਸੰਬੰਧਿਤ ਹੈ। ਤਾਂ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਜਾਂ ਪੰਜਾਬੀ ਸੂਫੀਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼ੇਖ ਫਰੀਦ ਜੀ ਪਹਿਲੇ ਸੂਫੀ ਕਵੀ ਨੇ। ਲਗਭਗ 12ਵੀਂ ਸਦੀ ਤੋਂ ਸ਼ੁਰੂ ਹੁੰਦਾ ਹੋਇਆ ਸਫ਼ਰ ਇਹ 20ਵੀਂ ਸਦੀ ਦੇ ਪਹਿਲੇ ਜਿਹੜੇ ਆ ਦਹਾਕੇ ਤੱਕ ਚੱਲਦਾ ਰਹਿੰਦਾ ਹੈ। ਤਾਂ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਨੇ ਇਹ ਸਾਰਿਆਂ ਦੇ ਬਾਰੇ ਹੀ ਗੱਲ ਕਰਾਂਗੇ, ਪਰ ਇਹਨਾਂ ਵਿੱਚੋਂ ਕੁਝ ਜਿਹੜੇ ਸਾਡੇ ਸਿਲੇਬਸ ਦਾ ਖਾਸ ਤੌਰ ਤੇ ਹਿੱਸਾ ਨੇ ਉਹਨਾਂ ਤੇ ਵੱਖਰੇ ਤੌਰ ਤੇ ਵੀ ਗੱਲ ਜਿਹੜੀ ਹੈ ਇਸ ਦੇ ਵਿੱਚ ਕੀਤੀ ਜਾਏਗੀ। ਤਾਂ
ਸਭ ਤੋਂ ਪਹਿਲਾਂ ਸ਼ੇਖ ਫਰੀਦ ਜੀ ਦਾ ਨਾਮ ਹੈ। ਇਹਨਾਂ ਦੇ ਬਾਰੇ ਅਸੀਂ ਲਗਭਗ ਕਾਫੀ ਕੁਝ ਜਾਣਦੇ ਹਾਂ। ਤਾਂ ਫਰੀਦੋਦੀਨ ਮਸੂਦ ਗੰਜ ਸ਼ੱਕਰ ਜਿਵੇਂ ਇਹਨਾਂ ਦਾ ਨਾਮ ਸੀ। ਜੀਵਨੀ ਦੇ ਉੱਤੇ ਮੈਂ ਬਹੁਤਾ ਸਮਾਂ ਨਹੀਂ ਲਾਵਾਂਗਾ, ਬਸ ਜਿਹੜਾ ਕੋਈ ਜ਼ਰੂਰੀ ਨੁਕਤਾ ਉਹੀ ਤੁਹਾਡੇ ਨਾਲ ਸਾਂਝਾ ਕਰਾਂਗਾ। ਜਿਵੇਂ ਡਾਕਟਰ ਗੁਰਦੇਵ ਸਿੰਘ ਹੈ, ਜਿਨ੍ਹਾਂ ਨੇ ਆਪਣਾ ਸੂਫੀ ਕਾਵਿ ਦੇ ਇਤਿਹਾਸ ਦੇ ਵਿੱਚ ਜਿਹੜਾ ਸਾਹਿਤ ਅਕਾਦਮੀ ਵੱਲੋਂ ਛਾਪਿਆ ਗਿਆ ਦਿੱਲੀ ਵੱਲੋਂ, ਉਹਨਾਂ ਦੇ ਵਿੱਚ ਉਹਨਾਂ ਨੇ ਪਿੰਡ ਦਾ ਨਾਮ ਜਿਹੜਾ ਕਾਠਵਾਲ ਦੱਸਿਆ ਹੈ। ਠੀਕ ਹੈ ਜੀ, ਇਹ ਵੀ ਮੁਲਤਾਨ ਦੇ ਵਿੱਚ ਪੈਂਦਾ ਹੈ। ਜਿਹੜਾ ਖੋਤਵਾਲ ਉਹਨਾਂ ਅਨੁਸਾਰ ਕਹਿੰਦੇ ਇਹ ਸਹੀ ਨਾਮ ਨਹੀਂ ਹੈ। ਉਹਨਾਂ ਨੇ ਜਿਹੜਾ ਫਰੀਦ ਜੀ ਦੇ ਕੁੱਲ ਦਾ ਜਾਂ ਖਾਨਦਾਨ ਦਾ ਜਿਹੜਾ ਸੰਬੰਧ ਆ ਉਹ ਜਿਹੜੇ ਆ ਕਾਬਲ ਦੇ ਬਾਦਸ਼ਾਹ ਫਰਖ ਸ਼ਾਹ ਆਦਲ ਨਾਲ ਜੋੜਿਆ ਹੈ। ਤੇ ਇਹਨਾਂ ਦੇ ਪਿਤਾ ਜਮਾਲੂਦੀਨ ਸੁਲੇਮਾਨ, ਮਾਤਾ ਬੀਬੀ ਕਸੂਮ ਖਾਤੂਨ ਡਾਕਟਰ ਗੁਰਦੇਵ ਅਨੁਸਾਰ ਸਨ। ਤੇ ਇੱਕ ਹੋਰ ਜਿਹੜੀ ਨਵੀਂ ਗੱਲ ਮੈਨੂੰ ਲੱਗਦੀ ਹੈ ਇਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਫਰੀਦ ਜੀ ਦਾ ਜਿਹੜਾ ਨਿਕਾਹ ਹੈ ਸੁਲਤਾਨ ਗਿਆਸੂਦੀਨ ਬਲਬਲ ਦੀ ਧੀ ਨਾਲ ਹੋਇਆ। ਗਿਆਸੂਦੀਨ ਬਲਬਲ ਜਿਹੜਾ ਭਾਰਤ ਦਾ ਜਿਹੜਾ ਸੁਲਤਾਨ ਹੋਇਆ ਉਹਨਾਂ ਨਾਲ ਹੋਇਆ। ਤੇ ਫਰੀਦ ਜੀ ਦੇ 4 ਵਿਆਹ ਸਨ। ਸ਼ਾਹੀ ਤਲਾਕ ਦੇ ਬਾਵਜੂਦ ਜਿਹੜੇ ਆ ਉਹ ਫਕੀਰ ਹੀ ਰਹੇ, ਭਾਵ ਉਹਨਾਂ ਦੇ ਵਿਚਾਰ ਜਿਹੜੇ ਨੇ ਫਕੀਰੀ ਜੀਵਨ ਵੀ ਫਕੀਰੀ ਹੀ ਵਾਲਾ ਹੀ ਰਿਹਾ। ਤਾਂ ਫਿਰ ਇਹ ਉਹਨਾਂ ਦਾ ਅੱਗੇ ਜਿਹੜਾ ਸਫ਼ਰ ਹੈ ਇਹਨਾਂ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਕੁਤਬਦੀਨ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਿਦ ਧਾਰਦੇ ਨੇ। ਫਿਰ ਉਹ ਪਾਕਪਟਨ ਜਾਂਦੇ ਨੇ। ਕਈ ਵਾਰ ਇਸ ਤਰ੍ਹਾਂ ਦਾ ਸਵਾਲ ਵੀ ਆ ਜਾਂਦਾ ਹੁੰਦਾ ਹੈ ਕਿ ਪਾਕਪਟਨ ਕਿੱਥੇ ਆ, ਤਾਂ ਇਹ ਧਿਆਨ ਰੱਖਣਾ ਕਿ ਜ਼ਿਲ੍ਹਾ ਮਿੰਟਗਮਰੀ ਨਾਲ ਸੰਬੰਧਿਤ ਹੈ ਪਾਕਪਟਨ। ਠੀਕ ਹੈ ਜੀ, ਉੱਥੇ ਪ੍ਰਚਾਰ ਕਰਦੇ ਨੇ। ਤੇ ਫਿਰ ਉਸ ਤੋਂ ਬਾਅਦ ਫਿਰ ਸ਼ੇਖ ਨਿਜ਼ਾਮੁਦੀਨ ਔਲੀਆ ਜਿਹੜੇ ਨੇ ਉਹਨਾਂ ਦੇ ਮੁਰੀਦ ਬਣਦੇ ਨੇ। ਕਈ ਵਾਰ ਇਸ ਤਰ੍ਹਾਂ ਦਾ ਵੀ ਸਵਾਲ ਪੁੱਛਿਆ ਜਾ ਸਕਦਾ ਕਿ ਸ਼ੇਖ ਫਰੀਦ ਜੀ ਦੇ ਅੱਗੇ ਚੇਲੇ ਜਾਂ ਸ਼ਿਸ਼ ਜਾਂ ਮੁਰੀਦ ਕੌਣ ਬਣਦੇ ਨੇ, ਤਾਂ ਸ਼ੇਖ ਨਿਜ਼ਾਮੁਦੀਨ ਔਲੀਆ ਸ਼ੇਖ ਫਰੀਦ ਜੀ ਦੇ ਮੁਰੀਦ ਸਨ। ਤਾਂ 1266 ਦੇ ਵਿੱਚ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਤੇ ਉਹਨਾਂ ਦਾ ਜਿਹੜਾ ਮਜ਼ਾਰ ਹੈ, ਕਬਰ ਹੈ ਜਿਹੜੀ, ਉਹ ਪਾਕਪਟਨ ਦੇ ਵਿੱਚ ਮਿਲਦੀ ਹੈ। ਰਚਨਾਵਾਂ ਦੇ ਵਿੱਚੋਂ ਅਸੀਂ ਦੇਖੀਏ ਤਾਂ 2 ਤਰ੍ਹਾਂ ਦੀਆਂ ਨੇ, ਇੱਕ ਅਪ੍ਰਮਾਣਿਕ ਨੇ ਤੇ ਇੱਕ ਪ੍ਰਮਾਣਿਕ ਹੈ। ਅਪ੍ਰਮਾਣਿਕ ਹੈ ਜਿਹੜੀ ਫਾਰਸੀ ਵਾਰਤਕ ਦੇ ਵਿੱਚ ਰਚਨਾ ਮਿਲਦੀ ਹੈ, ਉਹਨਾਂ ਨਾਲ ਸੰਬੰਧਿਤ ਰਾਹਤ ਅਲ ਕਲੂਬ, ਸਿਰਾਜੁਲ ਔਲੀਆ, ਫਵਾਇਦ ਉਸਾਲੇਕੈਨ, ਇਹ ਜਿਹੜੀ ਆ ਅਪ੍ਰਮਾਣਿਕ ਰਚਨਾਵਾਂ ਹਨ ਜਿਹੜੀਆਂ ਉਹਨਾਂ ਨਾਲ ਜੋੜੀਆਂ ਗਈਆਂ ਹਨ। ਹਾਂਸੀ ਦੇ ਵਿੱਚ ਰਹਿੰਦੇ, ਹਾਂਸੀ ਦਾ ਸੰਬੰਧ ਇਸਾਰ ਭਾਵ ਹਰਿਆਣੇ ਨਾਲ ਆਈ ਵੀ ਧਿਆਨ ਦੇ ਵਿੱਚ ਤੁਸੀਂ ਰੱਖਣਾ। ਤਾਂ ਹਿੰਦੀ ਦੇ ਵਿੱਚ ਕੁਝ ਪਦਾਂ ਦੀ ਰਚਨਾ ਵੀ ਮੰਨੀ ਗਈ ਹੈ ਉਹਨਾਂ ਦੀ। ਤੇ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਜਿਹੜੇ ਆਦਿ ਗ੍ਰੰਥ ਸਾਹਿਬ ਤੋਂ ਬਾਹਰ ਜਿਹੜੇ ਨੇ ਬਾਬਾ ਫਰੀਦ ਜੀ ਦੇ ਸਲੋਕ ਲੱਭੇ ਦੱਸੇ ਨੇ ਉਹਨਾਂ ਨੇ, ਤੇ ਸੂਫੀਆ ਦਾ ਕਲਾਮ ਆਪਣੀ ਪੁਸਤਕ ਦੇ ਵਿੱਚ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦੀ ਕੁੱਲ ਗਿਣਤੀ ਇੱਥੇ 19 ਸਾਨੂੰ ਮਿਲਦੀ ਹੈ। ਤੇ ਜਿਹੜੀ ਪ੍ਰਮਾਣਿਕ ਰਚਨਾ ਜਿਹੜੀ ਜਿਹਦੇ ਉੱਤੇ ਕੋਈ ਕਿੰਤੂ ਪਰੰਤੂ ਨਾ ਉੱਠਣਾ ਚਾਹੀਦਾ, ਭਾਵੇਂ ਕਿ ਅਸੀਂ ਵੇਖਦੇ ਹਾਂ ਵਿਦਵਾਨਾਂ ਦੇ ਵਿੱਚ ਕਾਫੀ ਮਤਭੇਦ ਰਹੇ ਨੇ, ਉਹ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਜਿਹੜੀ ਰਚਨਾ ਹੈ। ਤਾਂ ਸ਼ੇਖ ਫਰੀਦ ਦੀ ਜਿਹੜੀ ਰਚਨਾ ਹੈ ਉਹ 112 ਸਲੋਕ ਤੇ 4 ਸ਼ਬਦ 2 ਰਾਗ ਆਸਾ ਵਿੱਚ ਤੇ 2 ਰਾਗ ਸੂਹੀ ਦੇ ਵਿੱਚ ਮਿਲਦੇ ਨੇ। ਤੇ ਇਹ ਤੋਂ ਇਲਾਵਾ ਸਾਨੂੰ ਪਤਾ ਹੈ ਕਿ 18 ਜਿਹੜੇ ਸਲੋਕ ਨੇ ਉਹ ਗੁਰੂ ਸਾਹਿਬਾਨਾਂ ਦੇ, ਸਿੱਖ ਗੁਰੂ ਸਾਹਿਬਾਨਾਂ ਦੇ ਮਿਲਦੇ ਨੇ। ਤਾਂ ਜੇਕਰ ਇਸ ਤਰ੍ਹਾਂ ਦਾ ਕਈ ਵਾਰ ਸਵਾਲ ਆ ਜਾਂਦਾ ਹੁੰਦਾ ਕਿ ਸ਼ੇਖ ਫਰੀਦ ਜੀ ਦੇ ਨਾਮ ਹੇਠ ਕਿੰਨੀ ਜਿਹੜੀ ਰਚਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਤਾਂ ਅਸੀਂ 130 ਲਿਖਾਂਗੇ। ਠੀਕ ਹੈ ਜੀ, 130 ਸਾਨੂੰ ਲਿਖਣੀ ਪਏਗੀ। ਤਾਂ ਪੰਜਾਬੀ ਵਿੱਚ ਸੂਫੀ ਕਾਵਿਧਾਰਾ ਦੇ ਮੋਢੀ ਸ਼ੇਖ ਫਰੀਦ ਜੀ ਨੇ। ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈ ਸ਼ੇਖ ਫਰੀਦ ਜੀ ਦੇ ਆਸਾ ਰਾਗ ਵਿਚਲੇ ਦੂਜੇ ਸ਼ਬਦ ਦੀਆਂ ਕੁੱਲ ਕਿੰਨੀਆਂ ਤੁਕਾਂ ਹਨ। ਆਸਾ ਰਾਗ ਦੇ ਵਿੱਚ ਸ਼ਬਦ ਆ, ਮੇਰੇ ਖਿਆਲ ਦੇ ਵਿੱਚ ਕੋਈ ਸਿੱਧਾ ਸਵਾਲ ਤੁਹਾਨੂੰ ਨਹੀਂ ਆਏਗਾ, ਤਾਂ ਇਸ ਤਰ੍ਹਾਂ ਦਾ ਤੁਹਾਨੂੰ ਸਵਾਲ ਆਏਗਾ ਕਿ ਆਸਾ ਰਾਗ ਵਿਚਲਾ ਜਿਹੜਾ ਸ਼ਬਦ ਹੈ ਉਹਦੀਆਂ ਕੁੱਲ ਕਿੰਨੀਆਂ ਤੁਕਾਂ ਜਿਹੜੀਆਂ ਸਾਨੂੰ ਮਿਲਦੀਆਂ ਹਨ। ਹਾਂਜੀ, ਇਹਦਾ ਸਹੀ ਜਵਾਬ ਹੋਣਾ ਚਾਹੀਦਾ ਜੀ ਆਪਸ਼ਨ ਸੀ, 8 ਤੁਕਾਂ।
ਹਾਂਜੀ, ਇੱਕ ਹੋਰ ਸਵਾਲ, ਸ਼ੇਖ ਫਰੀਦ ਜੀ ਦੇ ਸੂਹੀ ਰਾਗ ਦੇ ਪਹਿਲੇ ਸ਼ਬਦ ਦੀਆਂ ਤੁਕਾਂ ਦੀ ਸੰਰਚਨਾ ਕੀ ਹੈ, ਸਟਰਕਚਰ ਕੀ ਹੈ? ਕੀ ਉਹ ਇੱਕ ਤੁਕੀਆ ਹੈ? ਪਹਿਲੇ ਸ਼ਬਦ ਦੀਆਂ ਜਿਹੜੀਆਂ ਤੁਕਾਂ ਨੇ, ਠੀਕ ਹੈ ਜੀ, ਸੂਹੀ ਰਾਗ ਦੇ ਪਹਿਲਾ ਸ਼ਬਦ ਆ ਜਿਹੜਾ, ਦੋ ਸ਼ਬਦ ਮਿਲਦੇ ਨੇ ਸਾਨੂੰ ਸੂਹੀ ਰਾਗ ਦੇ, ਤਾਂ ਪਹਿਲੇ ਸ਼ਬਦ ਦੀ ਤੁਕਾਂ ਦੀ ਸੰਰਚਨਾ ਕੀ ਹੈ? ਇੱਕ ਤੁਕੀਆ ਹੈ, ਦੋ ਤੁਕੀਆ ਹੈ, ਤਿੰਨ ਤੁਕੀਆ ਹੈ, ਜਾਂ ਚਾਰ ਤੁਕੀਆ ਹੈ? ਹਾਂਜੀ, ਮੇਰੇ ਅਨੁਸਾਰ ਜਿਹੜਾ ਹੈ ਉਹ ਤਿੰਨ ਤੁਕੀਆ। ਹਾਂਜੀ, ਸ਼ੇਖ ਫਰੀਦ ਜੀ ਦੇ ਸ਼ਬਦਾਂ ਵਿੱਚ ਰਹਾਉ ਦੀ ਤੁਕ ਦੀ ਵਰਤੋਂ ਕਿਵੇਂ ਕੀਤੀ ਗਈ ਹੈ? ਇਹ ਬੜਾ ਇੰਪੋਰਟੈਂਟ ਮੇਰੇ ਖਿਆਲ ਦੇ ਵਿੱਚ ਸਵਾਲ ਹੈ। ਸ਼ੇਖ ਫਰੀਦ ਜੀ ਦੇ ਸ਼ਬਦਾਂ ਦੇ ਵਿੱਚ ਰਹਾਉ ਦੀ ਤੁਕ ਦੀ ਵਰਤੋਂ ਕਿਵੇਂ ਕੀਤੀ ਗਈ ਹੈ? ਰਹਾਉ ਦੀ ਹਰ ਤੁਕ ਹਰ ਸ਼ਬਦ ਵਿੱਚ ਦੋ ਵਾਰ ਆਉਂਦੀ ਹੈ। ਤੁਕ ਸ਼ਬਦ ਦੀ ਆਰੰਭਲੀ ਤੁਕ ਤੋਂ ਬਾਅਦ ਆਉਂਦੀ ਹੈ। ਰਹਾਉ ਦੀ ਤੁਕ ਨਾਲ ਹੀ ਆਰੰਭ ਹੁੰਦਾ ਹੈ ਹਰ ਸ਼ਬਦ ਦਾ। ਹਰ ਸ਼ਬਦ ਦੀ ਅੰਤਰੀ ਤੁਕ ਤੋਂ ਪਹਿਲਾਂ ਆਈ ਹੈ। ਹਾਂਜੀ, ਇਹਦਾ ਸਹੀ ਜਵਾਬ ਹੈ ਵੀ ਜਿਹੜੀ ਸ਼ੇਖ ਫਰੀਦ ਜੀ ਦੀ ਜਿਹੜੀ ਰਹਾਉ ਜਿਹੜਾ ਸ਼ਬਦ ਆਉਂਦਾ ਉਹ ਪਹਿਲੀ ਤੁਕ ਤੋਂ ਬਾਅਦ ਆਉਂਦਾ ਹੈ। ਭਾਵ ਰਹਾਉ ਦੀ ਤੁਕ ਹਰ ਸ਼ਬਦ ਦੀ ਆਰੰਭਲੀ ਤੁਕ ਤੋਂ ਬਾਅਦ ਆਉਂਦੀ ਹੈ। ਆਪਸ਼ਨ ਬੀ। ਹਾਂਜੀ, ਇੱਕ ਹੋਰ ਪ੍ਰਸ਼ਨ ਹੈ, ਹੇਠ ਦਰਜ ਸ਼ਲੋਕ ਕਿਸ ਬਾਣੀਕਾਰ ਦਾ ਹੈ? ਇਹ ਤੁਸੀਂ ਦੱਸਣਾ ਹੈ ਕਿਸ ਬਾਣੀਕਾਰ ਦਾ ਇਹ ਸ਼ਲੋਕ ਹੈ ਬਈ। ਬਹੁਤ ਹੀ ਪ੍ਰਸਿੱਧ ਇਹ ਤੁਕਾਂ ਨੇ। ਹਾਂਜੀ, ਇਹਦਾ ਸਹੀ ਜਵਾਬ ਹੈ ਗੁਰੂ ਅਰਜਨ ਸਾਹਿਬ। ਠੀਕ ਹੈ ਜੀ। ਇਹ ਜਿਹੜੇ ਉਹਨਾਂ ਦੇ 18 ਸ਼ਲੋਕ ਮਿਲਦੇ ਨੇ ਉਹਨਾਂ ਵਿੱਚੋਂ ਇੱਕ ਸ਼ਲੋਕ ਗੁਰੂ ਅਰਜਨ ਸਾਹਿਬ ਦਾ ਹੈ। ਇਹ ਸ਼ਲੋਕ ਅਸਲ ਦੇ ਵਿੱਚ ਜਿਹੜਾ ਹੈ ਗੁਰੂ ਅਰਜਨ ਸਾਹਿਬ ਦਾ ਹੈ, ਸ਼ੇਖ ਫਰੀਦ ਜੀ ਦਾ ਨਹੀਂ ਸ਼ਲੋਕ ਹੈ। ਠੀਕ ਹੈ ਜੀ। ਹਾਂਜੀ, ਇਹ ਸਾਰੀ ਦੀ ਸਾਰੀ ਸੰਰਚਨਾ ਜਿਹੜੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 130 ਸ਼ਲੋਕਾਂ ਵਿੱਚੋਂ 18 ਸ਼ਲੋਕ ਜਿਹੜੇ ਸਿੱਖ ਗੁਰੂ ਸਾਹਿਬਾਨਾਂ ਦੇ ਮਿਲਦੇ ਨੇ, ਇਹਨਾਂ ਦੇ ਬਾਰੇ ਤੁਸੀਂ ਬਾਅਦ ਦੇ ਵਿੱਚ ਦੇਖ ਸਕਦੇ ਹੋ। ਸਾਰੀ ਦੀ ਸਾਰੀ ਲਿਸਟ, ਇਹ ਸਾਰੇ ਦੇ ਸਾਰੇ ਸ਼ਲੋਕ ਦਿੱਤੇ ਗਏ ਨੇ ਵੀ ਕਿਹੜੇ ਕਿਹੜੇ ਸ਼ਲੋਕ ਮਿਲਦੇ ਨੇ, ਕਿਹੜੇ ਕਿਹੜੇ ਗੁਰੂਆਂ ਦੇ ਨੇ। 18 ਦੇ 18 ਸ਼ਲੋਕ ਇੱਥੇ ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਨੂੰ ਵੇਖਣਾ। ਹਾਂਜੀ, ਅਗਲੇ ਜਿਹੜੇ ਸਾਡੇ ਕੋਲ ਸੂਫੀ ਕਵੀ ਨੇ, ਕਿਉਂਕਿ ਮੇਰੇ ਖਿਆਲ ਦੇ ਵਿੱਚ ਵਿਸ਼ਾ ਵਸਤੂ ਦੇ ਬਾਰੇ ਅਸੀਂ ਸਾਰੇ ਹੀ ਜਾਣਦੇ ਹੀ ਹਾਂ, ਲਗਭਗ ਉਹਨਾਂ ਦੇ ਬਾਰੇ ਅਸੀਂ ਬਾਅਦ ਦੇ ਵਿੱਚ ਵੀ ਗੱਲ ਕਰਾਂਗੇ, ਤਾਂ ਇਹ ਲਗਭਗ ਸਮਾਨ ਹੀ ਵਿਸ਼ੇ ਰਹੇ ਨੇ, ਹਨਾ। ਤਾਂ ਖਾਸ ਕਰਕੇ ਸ਼ੇਖ ਫਰੀਦ ਜੀ ਨੂੰ ਅਸੀਂ ਲਗਭਗ ਸਾਰਿਆਂ ਨੇ ਕਾਫੀ ਵਾਰ ਪੜ੍ਹਿਆ ਹੈ, ਤੇ ਇਹਦੇ ਬਾਰੇ ਮੈਨੂੰ ਲੱਗਦਾ ਬਹੁਤਾ ਸਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਇੱਥੇ। ਹਾਂਜੀ, ਸ਼ਾਹ ਹੁਸੈਨ ਸਾਡੇ ਅਗਲੇ ਕਵੀ ਨੇ। ਇਹਨਾਂ ਦਾ ਜਿਹੜਾ ਜੀਵਨ ਵੇਰਵਾ ਸਾਨੂੰ ਪ੍ਰਮਾਣਿਕ ਰੂਪ ਦੇ ਵਿੱਚ ਨਹੀਂ ਮਿਲਦਾ, ਪਰ ਹੁਣ 1539 ਜਿਹੜਾ ਇਹਨਾਂ ਦਾ ਜਨਮ ਮੌਤ ਦਾ ਸਮਾਂ 1539 ਤੋਂ 1599 ਮੰਨਿਆ ਜਾਂਦਾ ਹੈ। ਤੇ ਉਹਨਾਂ ਦੀ ਸਾਰੀ ਸਾਰੀ ਜੀਵਨ ਦਾ ਵੇਰਵਾ ਹੈ। ਲਾਹੌਰ ਜੁਲਾਹਾ ਜਾਂ ਸ਼ੇਖ ਅਬੂ ਬਕਰ ਸਨ। ਰੂਹਾਨੀ ਸਿੱਖਿਆ ਉਹਨਾਂ ਨੇ ਸ਼ੇਖ ਬਹਿਲੋਲ ਤੋਂ ਕੀਤੀ। ਸਿਲਸਿਲੇ ਬਾਰੇ ਜਿਹੜੀ ਆ ਵਿਦਵਾਨਾਂ ਦੇ, ਪੰਜਾਬੀ ਵਿਦਵਾਨਾਂ ਦੇ ਵਿੱਚ ਮੱਤ ਹੈ। ਮੁੱਖ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਕਾਤਰੀ ਮੰਨਿਆ ਗਿਆ ਹੈ, ਤੇ ਪਰ ਨਾਲ ਨਾਲ ਉਹਨਾਂ ਨੂੰ ਜਿਹੜਾ ਕੁਝ ਵਿਦਵਾਨ ਮਲਾਮਤੀ ਸੰਪਰਦਾ ਦਾ ਵੀ ਮੰਨਦੇ ਹਨ। ਠੀਕ ਹੈ ਜੀ, ਕਾਦਰੀਆਂ ਦੀ ਹੀ ਅੱਗੇ ਕਿਸੇ ਨੂੰ ਸੰਪਰਦਾ ਮੰਨ ਲਈ ਜਾਂਦੀ ਹੈ। ਤਾਂ ਜਿਹੜੇ ਆ ਇਹ ਇੱਕ ਤਰ੍ਹਾਂ ਦਾ ਇਸ ਤੇ ਵਿਵਾਦ ਆ, ਤੇ ਮੈਨੂੰ ਲੱਗਦਾ ਨਹੀਂ ਵੀ ਇਸ ਨਾਲ ਸੰਬੰਧਿਤ ਕੋਈ ਪ੍ਰਸ਼ਨ ਆਵੇਗਾ ਤੁਹਾਨੂੰ ਜਿਹੜਾ ਵਿਵਾਦ ਗ੍ਰਸਤ ਹੋਵੇ।
ਪਹਿਲੀ ਵਾਰ ਜਿਹੜੀ ਆ ਉਹਨਾਂ ਦੀ ਜਿਹੜੀ ਆ ਸੂਫੀ ਦੇ ਵਿੱਚ ਕਾਫੀ ਜਿਹੜੀ ਆ ਸ਼ਾਹ ਹੁਸੈਨ ਦੁਆਰਾ ਵਰਤੀ ਗਈ ਹੈ ਕਾਵਿ ਰੂਪ ਹੈ ਜਿਹੜਾ। ਰਚਨਾਵਾਂ ਬਾਰੇ ਵੀ ਕਾਫੀ ਵਖਰੇਵੇਂ ਨੇ, ਕੋਈ 165 117 ਤੇ 150 ਤੱਕ ਦੀ ਗਿਣਤੀ ਵੱਖੋ ਵੱਖਰੇ ਵਿਦਵਾਨਾਂ ਨੇ ਕੀਤੀ ਆ। ਤੇ ਵੈਸੇ 165 ਜਿਹੜੀਆਂ ਹੁਣ ਮੰਨ ਲਈਆਂ ਗਈਆਂ ਨੇ। ਇਹ ਵਿਸ਼ੇ ਨੇ ਪ੍ਰਮੁੱਖ ਜਿਹੜੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਬਿਰਹਾ ਉਹਨਾਂ ਦਾ ਮਨਪਸੰਦ ਵਿਸ਼ਾ ਹੈ ਉਹਨਾਂ ਦੀਆਂ ਕਾਫੀਆਂ ਦਾ। ਹਾਂਜੀ, ਸਾਰੀ ਡਿਟੇਲ ਅਸੀਂ ਦੇ ਦਿੱਤੀ ਹੈ। ਇੱਕ ਹੋਰ ਗੱਲ ਹੈ ਕਿ ਸ਼ਾਹ ਹੁਸੈਨ ਨੇ 35 ਰਾਗਾਂ ਦੇ ਵਿੱਚ ਹੈ ਜਿਹੜੀ ਬਾਣੀ ਦੀ ਰਚਨਾ ਕੀਤੀ ਹੈ ਆਪਣੀ। 35 ਰਾਗ ਜਿਹੜੇ ਨੇ ਉਹਨਾਂ ਨੇ ਬਾਣੀ ਦੇ ਸਾਨੂੰ ਮਿਲਦੇ ਨੇ। ਤੇ ਇਹ ਵੀ ਮੰਨਿਆ ਜਾਂਦਾ ਕਿ ਸ਼ਲੋਕ ਵੀ ਮਿਲਦੇ ਨੇ, ਪਰ ਉਹ ਪ੍ਰਮਾਣਿਕ ਨਹੀਂ ਹੈ। ਕਾਫੀਆਂ ਦੇ ਉੱਤੇ ਵੀ ਕਾਫੀ ਸਾਰੇ ਕਿੰਤੂ ਪਰੰਤੂ ਨੇ। ਤਾਂ ਰਤਨ ਸਿੰਘ ਜੱਗੀ ਦੇ ਇਹ ਜਿਹੜੇ ਵਿਚਾਰ ਨੇ ਤੁਸੀਂ ਦੇਖ ਸਕਦੇ ਹੋ ਕਿ 3 ਸੰਗ੍ਰਹਿ ਮਹੱਤਵਪੂਰਨ ਮਿਲਦੇ ਨੇ ਸਾਨੂੰ। ਡਾਕਟਰ ਮੋਹਨ ਸਿੰਘ ਦੁਆਰਾ ਪ੍ਰਕਾਸ਼ਿਤ ਹੈ, ਸੁਰਿੰਦਰ ਸਿੰਘ ਕੋਹਲੀ ਦੁਆਰਾ ਇਹ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕੀਤਾ। ਤੇ ਤਿੰਨਾਂ ਦਾ ਜਿਹੜਾ ਆਧਾਰ ਉਹਨਾਂ ਨੇ ਕਿਹਾ ਸ਼ਬਦ ਸ਼ਲੋਕ ਭਗਤਾਂ ਦੇ ਹਨ। ਠੀਕ ਹੈ ਜੀ। ਇਹ ਗਿਣਤੀ ਜਿਹੜੀ ਮੋਹਨ ਸਿੰਘ ਦੀਵਾਨਾ ਨੇ 165, ਸੁਰਿੰਦਰ ਕੋਹਲੀ ਨੇ 117 ਤੇ ਸ਼ਬਦ ਸ਼ਲੋਕ ਭਾਸ਼ਾ ਵਿਭਾਗ ਨੇ ਜਿਹੜੇ ਆ 129 ਦਰਜ ਕੀਤੀ ਹੈ। ਇਹ ਤੋਂ ਇਲਾਵਾ ਡਾਕਟਰ ਜੀਤ ਸਿੰਘ ਸੀਤਲ ਨੇ ਸ਼ਾਹ ਹੁਸੈਨ ਜੀਵਨ ਤੇ ਰਚਨਾ ਪੁਸਤਕ ਲਿਖੀ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ। ਉਹਦੇ ਵਿੱਚ ਉਹਨਾਂ ਨੇ 150 ਕਾਫੀਆਂ ਮੰਨੀਆਂ। ਪਿਆਰਾ ਸਿੰਘ ਪਦਮ 149 ਮੰਨਦੇ ਨੇ। ਤੇ ਉਹਨਾਂ ਨੇ ਹੁਸੈਨ ਰਚਨਾਵਲੀ ਨਾਂ ਦੀ ਪੁਸਤਕ ਜਿਹੜੀ ਆ ਸ਼ਾਹ ਹੁਸੈਨ ਨਾਲ ਸੰਬੰਧਿਤ ਕੀਤੀ। ਉਹਦੇ ਵਿੱਚ ਉਹਨਾਂ ਨੇ ਉਸ ਸ਼ਾਹ ਹੁਸੈਨ ਦੇ ਬੈਂਤ ਅਤੇ ਸਲੂਕ ਵੀ ਦਰਜ ਕੀਤੇ ਹਨ। ਇਹ ਤੋਂ ਇਲਾਵਾ ਡਾਕਟਰ ਮੋਹਨ ਸਿੰਘ ਦੀਵਾਨਾ ਸ਼ਾਹ ਹੁਸੈਨ ਦਾ ਖਿਆਲ ਤੇ ਸ਼ਬਦ ਵੀ ਉਹਨਾਂ ਨੇ ਆਪਣੀ ਜਿਹੜੀ ਪੁਸਤਕ ਦੇ ਵਿੱਚ ਦਿੱਤੇ ਹਨ। ਤੇ ਇਹ ਵੱਖੋ ਵੱਖਰੇ ਜਿਹੜੇ ਮਤਭੇਦ ਨੇ ਵਿਦਵਾਨਾਂ ਦੇ ਵਿੱਚ ਚੱਲਦੇ ਰਹੇ ਨੇ। ਸ਼ਾਹ ਹੁਸੈਨ ਦੇ ਕਾਵਿ ਗੁਣ ਹਨ ਜੀ, ਸਰਲ ਸਾਦੀ ਤੇ ਸਪਸ਼ਟ ਬੋਲੀ। ਇਸ ਨੂੰ ਤੁਸੀਂ ਬਾਅਦ ਦੇ ਵਿੱਚ ਪੜ੍ਹ ਸਕਦੇ ਹੋ। ਕਾਫੀ ਹੈ ਜਿਹੜੀ ਉਹਨਾਂ ਦੀ ਦੋਹਰੇ ਵਾਲੀ ਲੋਕ ਜੀਵਨ ਚੋਂ ਮੁਹਾਵਰੇ 35 ਰਾਗਾਂ ਦੀ ਵਰਤੋਂ ਗੱਲ ਹੋ ਗਈ ਹੈ। ਬਿੰਬਾਵਲੀ ਹੈ ਜਿਹੜੀ ਸ਼ਾਹ ਹੁਸੈਨ ਜਿਹੜਾ ਪਹਿਲੀ ਵਾਰ ਆ, ਇਹ ਗੱਲ ਇੰਪੋਰਟੈਂਟ ਆ ਇੱਥੇ ਕਿ ਸ਼ਾਹ ਹੁਸੈਨ ਪਹਿਲੀ ਵਾਰ ਜਿਹੜੇ ਹੀਰ ਰਾਂਝੇ ਦੇ ਪ੍ਰਤੀਕਾਂ ਦੀ ਵਰਤੋਂ ਸੂਫੀ ਕਾਵਿ ਦੇ ਆਪਣੀਆਂ ਕਾਫੀਆਂ ਦੇ ਰਾਹੀਂ ਸੂਫੀ ਕਾਵਿ ਦੇ ਵਿੱਚ ਆਗਮਨ ਕਰਦਾ। ਪਹਿਲੀ ਵਾਰ ਜਿਹੜਾ ਹੀਰ ਰਾਂਝੇ ਦੀ ਜਿਹੜੀ ਆ ਪ੍ਰਤੀਕ ਰੂਪ ਦੇ ਵਿੱਚ ਵਰਤੋਂ ਕਰਨ ਵਾਲਾ ਸ਼ਾਹ ਹੁਸੈਨ ਹੈ। ਹਾਂਜੀ, ਅਗਲਾ ਸਾਡੇ ਕੋਲ ਕਵੀ ਸੁਲਤਾਨ ਵਾਹੂ। ਇਹਨਾਂ ਦੇ ਵੀ ਜੀਵਨ ਦੇ ਬਾਰੇ ਡਿਟੇਲ ਤੁਸੀਂ ਦੇਖ ਲੈਣਾ, ਕਿਉਂਕਿ ਇਹ ਵੀ ਮਤਭੇਦ ਪ੍ਰਮਾਣਿਕ ਨਹੀਂ ਹੈ। ਇਹ ਅਸੀਂ ਜੇਕਰ ਦੇਖੀਏ ਮੱਧਕਾਲ ਦੇ ਲਗਭਗ ਸਾਰੇ ਦੇ ਸਾਰੇ ਸੂਫੀ ਕਵੀ, ਕਿੱਸਾ ਕਵੀ, ਈਵਨ ਵਾਰਾਂ ਤੇ ਜੰਗਨਾਮੇ ਜਿਹੜੇ ਨੇ ਉਹ ਮੁੱਖ ਰੂਪ ਦੇ ਵਿੱਚ ਜਿਹੜੇ ਨੇ ਅਪ੍ਰਮਾਣਿਕ ਜੀਵਨ ਬਾਰੇ ਉਹਨਾਂ ਦੀਆਂ ਜਾਣਕਾਰੀਆਂ ਸਾਨੂੰ ਮਿਲਦੀਆਂ ਨੇ। ਇਨ ਤੋਂ ਇਲਾਵਾ ਰਚਨਾਵਾਂ ਬਾਰੇ ਵੀ ਜਿਹੜੀਆਂ ਬੜੀਆਂ ਅਪ੍ਰਮਾਣਿਕ ਜਾਣਕਾਰੀਆਂ ਹੀ ਮਿਲਦੀਆਂ ਨੇ। ਇਸ ਕਰਕੇ ਇਹਨਾਂ ਵਿੱਚੋਂ ਸਵਾਲ ਜਿਹੜੇ ਨੇ ਮੈਨੂੰ ਬਹੁਤ ਘੱਟ ਉਮੀਦ ਹੈ, ਕਿਉਂਕਿ ਇਹਨਾਂ ਦੇ ਉੱਤੇ ਇੱਕ ਮਤ ਨਹੀਂ ਹਨ ਵਿਦਵਾਨ। ਤਾਂ ਫਿਰ ਵੀ ਜੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈ ਹੈ ਜਿਹੜੀ ਮਿਲਦੇ ਹਨ। ਇਹਨਾਂ ਦਾ ਜਿਹੜਾ ਸੰਪਰਦਾ ਉਹ ਕਾਦਰੀ ਹੈ। ਰਚਨਾ ਜਿਹੜੀ ਆ ਸੁਲਤਾਨ ਵਾਹੂ ਦੀ ਸਿਹਰਫੀਆਂ ਦੇ ਵਿੱਚ ਮਿਲਦੀ ਹੈ। ਤੇ ਸੁਲਤਾਨ ਵਾਹੂ ਪਹਿਲੇ ਅਜਿਹੇ ਸੂਫੀ ਕਵੀ ਨੇ ਜਿਹੜੇ ਸਿਹਰਫੀ ਰਾਹੀਂ ਜਿਹੜੇ ਆ ਆਪਣੇ ਅਧਿਆਤਮਿਕ ਵਿਚਾਰਾਂ ਦੀ ਜਿਹੜੀ ਪੇਸ਼ਕਾਰੀ ਪੰਜਾਬੀ ਦੇ ਵਿੱਚ ਪਹਿਲੀ ਵਾਰ ਕਰਦੇ ਹਨ। ਇਹ ਉਹਨਾਂ ਦੀ ਰਚਨਾ ਦੇ ਮੁੱਖ ਸੁਰ ਨੇ। ਇਸ਼ਕ ਇਲਾਹੀ ਹੈ, ਇਬਾਦਤ ਹੈ, ਨੈਤਿਕਤਾ ਹੈ, ਸ਼ਰੀਅਤ ਹੈ, ਆਤਮ ਗਿਆਨ ਹੈ, ਫਕੀਰੀ, ਬਿਰਹਾ। ਇਹ ਸਾਰੇ ਦੇ ਸਾਰੇ ਸਾਨੂੰ ਕਾਮਨ ਹੀ ਮਿਲਣਗੇ ਜਦੋਂ ਤੱਕ ਚੱਲਦੇ ਨੇ। ਪਹਿਲੀ ਵਾਰ ਸਿਹਰਫੀ ਕਾਵਿ ਦਾ ਪ੍ਰਯੋਗ ਕੀਤਾ। ਉਹਨਾਂ ਦੀ ਜਿਹੜੀ ਭਾਸ਼ਾ ਦੇ ਉੱਤੇ ਫਾਰਸੀ ਦਾ ਕਾਫੀ ਪ੍ਰਭਾਵ ਮਿਲਦਾ ਹੈ। ਇਹ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਤਾਂ ਇਹਦੀ ਜਿਹੜੀ 30 ਅੱਖਰਾਂ ਵਾਲੀ ਸਿਧਾਂਤਕ ਰੂਪ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਇਸ ਨੂੰ ਤੁਸੀਂ ਬਾਅਦ ਦੇ ਵਿੱਚ ਵੀ ਪੜ੍ਹ ਸਕਦੇ ਹੋ। ਤਾਂ ਬਾਹੂ ਨੇ ਜਿਹੜੀ ਸਿਹਰਫੀ ਹੈ ਉਹਦੀ ਵਿਸ਼ੇਸ਼ਤਾ ਕੀ ਹੈ? ਉਹਨਾਂ ਨੇ ਬੈਂਤ ਜਾਂ ਇਹਨੂੰ ਦੋਹੜਾ ਵੀ ਕਿਹਾ ਜਾ ਸਕਦਾ, ਉਹਦੀ ਸਿਹਰਫੀ ਦੇ ਵਿੱਚ ਵਰਤੋਂ ਕੀਤੀ ਹੈ। ਤੇ ਉਹ ਹਰ ਤੁਕ ਦੇ ਅੰਤ ਦੇ ਵਿੱਚ ਹੂ ਸ਼ਬਦ ਵਰਤਦਾ ਹੈ, ਜਿਹਦੇ ਨਾਲ ਉਹ ਸੰਗੀਤਕ ਲੈ ਜਿਹੀ ਇੱਕ ਉਹਨਾਂ ਦੀ ਸਿਹਰਫੀਆਂ ਦੇ ਵਿੱਚ ਆ ਜਾਂਦੀ ਹੈ। ਤੇ ਟਾਟਕ ਛੰਦ ਦੀ ਉਹਨਾਂ ਨੇ ਵਰਤੋਂ ਕੀਤੀ ਹੈ। ਤੇ ਪੂਰੀ ਤਰ੍ਹਾਂ ਨਿਯਮਾਂ ਨੂੰ ਉਹਨਾਂ ਨੇ ਨਹੀਂ ਮੰਨਿਆ। ਜਿਹੜੀਆਂ ਉਹਨਾਂ ਦੀ ਸਿਹਰਫੀਆਂ ਵੀ ਨੇ ਉਹ ਵੀ ਆਪਣੀ ਤਰ੍ਹਾਂ ਦੀਆਂ ਵਿਸ਼ੇਸ਼ਤਾ ਰੱਖਦੀਆਂ ਨੇ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਜਿਹੜੀ ਸਿਹਰਫੀ ਹੁੰਦੀ ਹੈ ਉਹ ਜਿਹੜੀ ਹਰੇਕ ਜਿਹੜਾ ਅੱਖਰ ਹੈ ਉਹਦੇ ਨਾਲ ਇੱਕ ਹੀ ਬੰਦ ਦਿੱਤਾ ਗਿਆ ਹੁੰਦਾ ਸਿਹਰਫੀ ਦੇ ਵਿੱਚ। ਪਰ ਜਿਹੜੀ ਸੁਲਤਾਨ ਬਾਹੂ ਦੀਆਂ ਸਿਹਰਫੀਆਂ ਨੇ ਉਹਦੇ ਵਿੱਚ ਇੱਕ ਤੋਂ ਵਧੇਰੇ ਬੰਦ ਮਿਲਦੇ ਨੇ ਸਾਨੂੰ। ਭਾਵ ਇੱਕ ਹੀ ਅੱਖਰ ਦੇ ਨਾਲ ਅੱਗੇ ਜਿਹੜੇ ਨੇ ਕਈ ਵਾਰ 10-10 ਬੰਦ ਵੀ ਉਹਨਾਂ ਨੇ, ਜਾਂ 10-10 ਜਿਹੜੇ ਨੇ ਜਿਹੜੇ ਅੱਗੇ ਸ਼ਬਦ ਦੀ ਮੀਨ ਪਦ, ਜਾਂ ਅਸੀਂ ਉਹਨੂੰ ਪਦ ਕਹਿ ਦਈਏ ਤਾਂ ਪਦ ਵੀ ਦਿੱਤੇ ਨੇ। ਠੀਕ ਹੈ ਜੀ। ਤਾਂ
ਇਹ ਤੋਂ ਇਲਾਵਾ ਬੰਦਾਂ ਦੇ ਵਿੱਚ ਪੇ, ਚੇ, ਗਾਫ ਅੱਖਰਾਂ ਦੇ ਬੰਦ ਵੀ ਆਏ ਨੇ, ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਸੀਰਫੀ ਦਾ ਹਿੱਸਾ ਨਹੀਂ ਹੁੰਦੇ, ਜਾਂ ਫਾਰਸੀ ਵਰਣ ਵਾਲਾ ਦਾ ਇਹ ਹਿੱਸਾ ਨਹੀਂ ਹਨ, ਪਰ ਪੇ, ਚੇ, ਗਾਫ ਅੱਖਰਾਂ ਦੀ ਵੀ ਉਹਨਾਂ ਨੇ ਜਿਹੜੀ ਵਰਤੋਂ ਇੱਥੇ ਕੀਤੀ ਹੈ। ਇਹ ਉਹਨਾਂ ਦੀ ਵਿਸ਼ੇਸ਼ਤਾ ਹੈ। ਤਾਂ ਇਹ ਅੱਗੇ ਉਹਨਾਂ ਦੀ ਜਿਹੜੀ ਉਪਮਾਨਾਂ ਦੀ ਉਹਨਾਂ ਨੇ ਵਰਤੋਂ ਕੀਤੀ ਹੈ, ਇਹਨਾਂ ਨੂੰ ਵੀ ਤੁਸੀਂ ਬਾਅਦ ਦੇ ਵਿੱਚ ਵੇਖ ਸਕਦੇ ਹੋ। ਹਾਂਜੀ, ਦੂਜੀ ਉਹਨਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਰਚਨਾ ਦੀ, ਕਿ ਉਹਨਾਂ ਦੀ ਵਿਸ਼ੇ ਅਤੇ ਰੂਪ ਦੋਹਾਂ ਦੇ ਵਿੱਚ ਇੱਕ ਨੇੜੇ ਦੀ ਸਾਂਝ ਜਿਹੜੀ ਹੈ ਸਥਾਪਿਤ ਕੀਤੀ ਹੈ। ਬਾਹੂ ਦੀ ਰਚਨਾ ਪ੍ਰਮੁੱਖ ਤੌਰ ਤੇ ਖੁਦਾ ਨਾਲ ਇਸ਼ਕ ਸਥਾਪਤੀ ਦੀ ਸਿਰਜਣ ਵਿੱਚ ਕਾਰਜਸ਼ੀਲ ਹੈ। ਸੂਫੀ ਵਾਸਤੇ ਵਿਛੋੜਾ ਸਹਿ ਹੈ ਤੇ ਦੁਖਦਾਈ ਵੀ ਹੈ, ਪਰੰਤੂ ਬਸਲ ਦੀ ਸਥਿਤੀ ਵਾਸਤੇ ਇਸਦਾ ਭੋਗਣਾ ਅਤ ਆਵਸ਼ਕ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ ਉਹ ਸਾਨੂੰ ਵੇਖਣ ਨੂੰ ਮਿਲਦੇ ਹਨ। ਇੱਕ ਜਿਹੜਾ ਦੋਸ਼ ਲੱਗਦਾ ਬਾਹੂ ਦੀ ਰਚਨਾ ਦੇ ਉੱਤੇ ਉਹ ਇਹ ਵੀ ਹੈ ਕਿ ਉਹਨਾਂ ਦੀ ਜਿਹੜੀ ਸਿਰਫੀਆਂ ਦੇ ਵਿੱਚ ਜਿਹੜਾ ਤੁਕਾਂਤ ਹੈ ਉਹ ਉਸ ਤੋਂ ਕਈ ਵਾਰ ਉਹ ਵੇਸਲੇ ਹੋ ਜਾਂਦੇ ਨੇ। ਤੁਕਾਂਤ ਮਿਲ ਜਿਹੜੀਆਂ ਸਿਰਫੀਆਂ ਦੇ ਬੰਦ ਨੇ ਜਾਂ ਪਦ ਨੇ ਉਹਨਾਂ ਦੇ ਮਿਲਦੇ ਨਹੀਂ ਹਨ ਆਪਸ ਦੇ ਵਿੱਚ। ਇਹ ਜਿਹੜੀ ਇੱਕ ਕਮੀ, ਇੱਕ ਖਾਮੀ ਵੀ ਕਹਿ ਸਕਦੇ ਹਾਂ। ਅਰਬੀ ਫਾਰਸੀ ਦੇ ਲਹਿੰਦੀ ਭਾਸ਼ਾ ਦਾ ਜਿਹੜਾ ਪ੍ਰਭਾਵ ਉਹਨਾਂ ਦੀ ਜਿਹੜੀ ਸਿਰਫੀਆਂ ਦੇ ਵਿੱਚ ਮਿਲਦਾ ਹੈ। ਇਹਨਾਂ ਤੋਂ ਇਲਾਵਾ ਜਿਹੜੇ ਸਿਰਫੀ ਕਾਵਿ ਰੂਪ ਤੋਂ ਇਲਾਵਾ ਉਹਨਾਂ ਦੇ ਜਿਹੜੇ ਫਾਰਸੀ ਦੇ ਵਿੱਚ ਲਗਭਗ 140 ਗ੍ਰੰਥ ਮੰਨੇ ਜਾਂਦੇ ਨੇ। ਹਾਲਾਂਕਿ ਇਸ ਤਰ੍ਹਾਂ ਦਾ ਸਵਾਲ ਆਉਣ ਦੀ ਸੰਭਾਵਨਾ ਨਹੀਂ, ਕਿਉਂਕਿ ਉਹ ਪੰਜਾਬੀ ਨਾਲ ਸੰਬੰਧਿਤ ਨਹੀਂ ਹਨ। ਤਾਂ ਜਾਣੀ ਕਿ ਉਹਨਾਂ ਨੇ ਕਾਫੀ ਜਿਹੜੀ ਰਚਨਾ ਸੂਫੀ ਵਿਚਾਰਾਂ ਨੂੰ ਪ੍ਰਗਟਾਉਣ ਦੇ ਲਈ ਆਪਣੀ ਕੀਤੀ ਹੈ, ਜਿਹਦੇ ਵਿੱਚ ਮੁੱਖ ਰੂਪ ਦੇ ਵਿੱਚ ਫਾਰਸੀ ਭਾਸ਼ਾ ਦੇ ਵਿੱਚ ਹੀ ਉਹਨਾਂ ਦੀ ਮਿਲਦੀਆਂ ਨੇ ਰਚਨਾਵਾਂ। ਅਗਲੇ ਸਾਡੇ ਕੋਲ ਕਵੀ ਸਾਹ ਸਰਫ ਬਟਾਲਵੀ ਨੇ। ਬਟਾਲਾ ਗੁਰਦਾਸਪੁਰ ਨਾਲ ਸੰਬੰਧਿਤ 1640 ਤੋਂ 1724 ਇਹਨਾਂ ਦਾ ਜੀਵਨ ਕਾਲ ਹੈ, ਸਮਾਂ ਹੈ। ਮੁਰਸ਼ਦ ਮੁਹੰਮਦ ਫਾਜ਼ਲ ਕਾਦਰੀ ਸਿਲਸਿਲਾ। ਰਚਨਾਵਾਂ 8 ਕਾਫੀਆਂ, ਇੱਕ ਸ਼ੁਤਰਨਾਮਾ ਤੇ ਦੋਹੜੇ, ਇਹ ਜਿਹੜੇ ਆ ਉਹਨਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਨੇ। ਤੇ ਵਿਸ਼ੇਸ਼ਤਾਵਾਂ ਬਾਕੀ ਸੂਫੀ ਕਵੀਆਂ ਵਾਂਗ ਹੀ ਨਾਸ਼ਮਾਨਤਾ ਦੀ ਗੱਲ ਹੈ, ਰੱਬੀ ਪਿਆਰ ਦੀ ਗੱਲ ਹੈ, ਬਿਰਹਾ ਦੀ ਗੱਲ ਹੈ। ਲੋਕ ਜੀਵਨ ਦੇ ਵਿੱਚੋਂ ਭਰਪੂਰ ਜਿਹੜੇ ਹਵਾਲੇ ਸਾਨੂੰ ਉਹ ਮਿਲ ਜਾਂਦੇ ਨੇ। ਇਹ ਸਾਰੀ ਜਾਣਕਾਰੀ ਤੁਸੀਂ ਬਾਅਦ ਦੇ ਵਿੱਚ ਹੋਰ ਪੜ੍ਹ ਲੈਣਾ ਦੀ ਰਚਨਾਵਾਂ ਬਾਰੇ। ਪ੍ਰਮਾਣਿਕ ਸੰਕਲਨ ਸਾਨੂੰ ਨਹੀਂ ਮਿਲਦਾ ਹੈ ਜੀ। ਸਭ ਤੋਂ ਪਹਿਲਾਂ ਮੁਨਸ਼ੀ ਗੁਲਾਬ ਸਿੰਘ ਐਂਡ ਸੰਝ ਦੁਆਰਾ 1901 ਦੇ ਵਿੱਚ ਇਹਨਾਂ ਦੇ ਸ਼ਬਦ ਸਲੋਕ ਭਗਤਾਂ ਦੇ ਵਿੱਚ ਸ਼ਾਹ ਸਰਫ ਇੱਥੋਂ ਸ਼ਾਹ ਸਰਫ ਦੇ ਹੇਠ ਜਿਹੜੀ ਆ ਲਿਖੇ ਕੁਝ ਪਦ ਮਿਲਦੇ ਨੇ, ਇਹ ਤੁਸੀਂ ਵੇਖ ਸਕਦੇ ਹੋ ਇਸਨੂੰ ਬਾਅਦ ਦੇ ਵਿੱਚ ਵੀ। ਤੇ ਇਸ ਤੋਂ ਇਲਾਵਾ ਫਿਰ ਭਾਸ਼ਾ ਵਿਭਾਗ ਨੇ ਡਾਕਟਰ ਸੁਰਿੰਦਰ ਸਿੰਘ ਕੋਹਲੀ ਕੋਲੋਂ 94 ਕਾਫੀਆਂ ਦੇ ਸੰਕਲਨ ਤਿਆਰ ਕਰਵਾਇਆ, 1965 ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ ਕੁੱਲ ਮਿਲਾ ਕੇ 81 ਕਾਫੀਕਾਰ ਨੇ ਜਿਹੜੇ ਕਾਫੀਆਂ ਸਿਰਜਣ ਵਾਲੇ ਨੇ, ਉਹਨਾਂ ਦੀ ਰਚਨਾਵਾਂ ਸ਼ਾਮਲ ਹੋਈਆਂ। ਤੇ ਜਿਹਦੇ ਵਿੱਚ ਸ਼ਾਹ ਸਰਫ ਦੀਆਂ 8 ਕਾਫੀਆਂ ਸੰਕਲਿਤ ਕੀਤੀਆਂ ਗਈਆਂ, ਸ਼ਾਮਲ ਕੀਤੀਆਂ ਗਈਆਂ। ਤੋਂ ਇਹ ਤੋਂ ਇਲਾਵਾ ਡਾਕਟਰ ਅਜੀਤ ਸਿੰਘ ਸੀਤਲ ਨੇ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਵੀ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੀ ਇੱਕ ਰਚਨਾ ਸ਼ੁਤਰਨਾਮਾ ਦੀ ਗੱਲ ਕੀਤੀ ਹੈ। ਠੀਕ ਹੈ ਜੀ। ਸ਼ੁਤਰ ਦਾ ਅਰਥ ਹੁੰਦਾ ਊਠ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੀ ਜਿਹੜੀ ਵੰਨਗੀ ਉਹ ਗੱਲ ਕੀਤੀ ਹੈ, ਪਰ ਇਹ ਜਿਹੜੇ ਆ ਉਹਨਾਂ ਦੇ ਪ੍ਰਮਾਣਿਕ ਰੂਪ ਦੇ ਵਿੱਚ 8 ਹੀ ਜਿਹੜੀਆਂ ਕਾਫੀਆਂ ਪੰਜਾਬੀ ਦੇ ਵਿੱਚ ਮੰਨੀਆਂ ਜਾਂਦੀਆਂ ਹਨ। ਤਾਂ ਇਸ ਸਤਰਾਂ ਨੂੰ ਤੁਸੀਂ ਬਾਅਦ ਦੇ ਵਿੱਚ ਪੜ੍ਹ ਸਕਦੇ ਹੋ ਉਹਨਾਂ ਦੇ ਬਾਰੇ, ਕਿ ਉਹਨਾਂ ਦੀ ਵਿਸ਼ੇਸ਼ਤਾ ਕਾਫੀਆਂ ਦੀ ਕੀ ਰਹੀ ਹੈ ਮੁੱਖ ਰੂਪ ਦੇ ਵਿੱਚ। ਸਾਡੇ ਕੋਲ ਬੁੱਲੇ ਸ਼ਾਹ ਜਿਹੜੇ ਨੇ ਪੰਜਾਬੀ ਦੇ ਸਰਵਸ਼੍ਰੇਸ਼ਠ ਸੂਫੀ ਕਵੀ ਨੇ। ਉਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ 1680 ਤੋਂ 1758 ਤੱਕ ਦਾ ਚਿੱਤ ਲਿਆ ਗਿਆ ਹੈ, ਮੰਨ ਲਿਆ ਗਿਆ ਹੈ। ਤੇ ਲਾਹੌਰ ਨਾਲ ਸੰਬੰਧਿਤ ਪਿੰਡ ਪਡੋਕੀ, ਸ਼ਕੀ ਮੁਹੰਮਦ ਦਰਵੇਸ਼, ਇਹ ਸਾਰੀ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਾਣਕਾਰੀ ਹੈ। ਅਬਦੁੱਲਾ ਸ਼ਾਹ ਉਹਨਾਂ ਦਾ ਅਸਲ ਨਾਮ ਮੰਨਿਆ ਗਿਆ। ਸ਼ਾਹ ਇਨਾਇਤ ਕਾਦਰੀ ਦਾ ਉਹਨਾਂ ਨੇ ਵਾਰ-ਵਾਰ ਆਪਣੇ ਕਾਫੀਆਂ ਦੇ ਵਿੱਚ ਜ਼ਿਕਰ ਕੀਤਾ। ਸਭ ਤੋਂ ਵਧੇਰੇ ਜੇਕਰ ਸੂਫੀ ਜਿਹੜੇ ਹੋਏ ਨੇ ਸਭ ਤੋਂ ਵਧੇਰੇ ਕਾਵਿ ਦੇ ਵਿੱਚ ਰਚਨਾ ਕਰਨ ਵਾਲੇ, ਤਾਂ ਉਹ ਬੁੱਲੇ ਸ਼ਾਹ ਹੀ ਹਨ, ਜਿਨ੍ਹਾਂ ਨੇ ਸਭ ਤੋਂ ਵਧੇਰੇ ਪੰਜਾਬੀ ਦੇ ਵਿੱਚ ਰਚਨਾਵਾਂ ਦਿੱਤੀਆਂ। ਉਹਨਾਂ ਦੀ ਸਾਰੀ ਡਿਟੇਲ ਇੱਥੇ ਸਕਰੀਨ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ। ਤੇ ਆਤਮ ਗਿਆਨ, ਕਰਮ ਕਾਂਡਾਂ ਦਾ ਵਿਰੋਧ, ਇਸ਼ਕ ਦਾ ਮਾਰਗ, ਬਿਰਹਾ, ਰਸਵਾਦ, ਵਿਅੰਗ, ਇਹ ਸਭ ਕੁਛ ਜਿਹੜਾ ਉਹਨਾਂ ਦੀ ਜਿਹੜੀਆਂ ਕਾਫੀਆਂ ਦਾ ਜਿਹੜਾ ਉਹਨਾਂ ਦੀ ਰਚਨਾਵਾਂ ਦਾ ਅੰਗ ਹਨ। ਤੇ 156 ਜਿਹੜੀਆਂ ਕੁੱਲ ਕਾਫੀਆਂ ਸਾਨੂੰ ਲਿਖੀਆਂ ਉਹਨਾਂ ਦੀਆਂ ਮਿਲਦੀਆਂ ਹਨ। ਇਹਨਾਂ ਦੇ ਬਾਰੇ ਥੋੜਾ ਜਿਹਾ ਅਸੀਂ ਪੜ੍ਹ ਸਕਦੇ ਹਾਂ, ਕਿਉਂਕਿ ਇਹ ਸਾਨੂੰ ਜਿਹੜੇ ਆ ਵੱਖਰੇ ਤੌਰ ਤੇ ਵੀ ਸਿਲੇਬਸ ਦਾ ਹਿੱਸਾ ਨੇ।
ਤਾਂ ਬੁੱਲੇ ਸ਼ਾਹ ਦੇ ਜੇਕਰ 12 ਮਾਹ ਦੀ ਗੱਲ ਕਰੀਏ ਤਾਂ 12 ਮਾਹ ਦਾ ਜਿਹੜਾ ਬੁੱਲੇ ਸ਼ਾਹ ਦਾ ਆਰੰਭ ਹੈ ਉਹ ਅੱਸੂ ਦੇ ਮਹੀਨੇ ਤੋਂ ਹੁੰਦਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਸਿੱਖ ਗੁਰੂ ਸਾਹਿਬਾਨਾਂ ਨੇ ਜਿਹੜਾ ਚੇਤ ਦੇ ਮਹੀਨੇ ਤੋਂ ਆਪਣੇ 12 ਮਾਹ ਨੂੰ ਸ਼ੁਰੂ ਕੀਤਾ ਹੈ, ਆਰੰਭ ਕੀਤਾ ਹੈ। ਪਰ ਬੁੱਲੇ ਸ਼ਾਹ ਦਾ ਜਿਹੜਾ 12 ਮਾਹ ਹੈ ਉਹ ਅੱਸੂ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਤੇ ਜਿਹੜਾ ਭਾਦੋ ਦੇ ਮਹੀਨੇ ਦੇ ਵਿੱਚ ਮੁਰਸ਼ਦ ਦੇ ਮਿਲਾਪ ਦੇ ਨਾਲ ਇਹਦਾ ਅੰਤ ਹੋ ਜਾਂਦਾ ਹੈ। ਇਹਦੇ ਵਿੱਚ ਮੁੱਖ ਰੂਪ ਦੇ ਵਿੱਚ ਬੁੱਲੇ ਸ਼ਾਹ ਨੇ ਆਪਣੇ ਇਸ਼ਕ ਹਕੀਕੀ ਦੇ ਬਿਰਹਾ ਦੇ ਭਾਵਾਂ ਨੂੰ ਹੀ ਜਿਹੜਾ ਚਿਤਰਿਆ ਹੈ। ਤੇ ਬੁੱਲੇ ਸ਼ਾਹ ਦੇ ਇਸ 12 ਮਾਹ ਦੇ ਕੁੱਲ 12 ਬੰਦ ਹਨ, 12 ਮਹੀਨੇ ਹਨ ਤੇ 12 ਬੰਦ ਹਨ ਤੇ ਹਰ ਬੰਦ ਦਾ ਆਰੰਭ ਦੇ ਵਿੱਚ ਇੱਕ ਦੋਹਰਾ, ਪਹਿਲਾਂ ਦੋਹਰਾ ਆਉਂਦਾ ਤੇ ਉਸ ਤੋਂ ਬਾਅਦ ਫਿਰ ਉਹ ਪੂਰੇ ਦਾ ਪੂਰਾ ਜਿਹੜਾ ਬੰਦ ਹੈ ਕਿਸੇ ਵੀ ਮਹੀਨੇ ਨਾਲ। ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ 12 ਮਾਹ ਦੀ ਤੁਸੀਂ ਦੇਖ ਸਕਦੇ ਹੋ ਸੰਰਚਨਾ ਹੈ। ਸਿਰਫੀ ਬੁੱਲੇ ਸ਼ਾਹ ਰਚਿਤ 2 ਪੂਰੀਆਂ ਸਿਰਫੀਆਂ ਤੇ ਇੱਕ ਅਧੂਰੀ ਸਿਰਫੀ ਮਿਲਦੀ ਹੈ। 2 ਸਿਰਫੀਆਂ ਨੇ ਜਿਹੜੀਆਂ ਅਲਫ ਤੋਂ ਜੇ ਤੱਕ ਪੂਰੀਆਂ ਮਿਲਦੀਆਂ ਹਨ, ਠੀਕ ਹੈ ਜੀ। ਤੇ ਪਰ ਇੱਕ ਸਿਰਫੀ ਹੈ ਜਿਹੜੀ ਅਲਫ ਤੋਂ ਸ਼ੁਰੂ ਹੋ ਕੇ ਕਾਫ ਤੱਕ ਹੀ ਸਮਾਪਤ ਹੋ ਜਾਂਦੀ ਹੈ। ਜੇਕਰ ਇਹਨਾਂ ਦੇ ਵਿਚਲੇ ਵਿਸ਼ੇ ਦੀ ਗੱਲ ਕਰੀਏ ਤਾਂ ਉਸੇ ਤਰ੍ਹਾਂ ਹੀ ਇਸ਼ਕ ਹਕੀਕੀ ਦਾ, ਬਿਰਹਾ ਦਾ, ਜਗਤ ਦੀ ਨਾਸ਼ਮਾਨਤਾ ਦਾ, ਆਪਣੇ ਮੂਲ ਦੀ ਪਛਾਣ ਦਾ, ਅਦਵੈਤਵਾਦੀ ਜਿਹੜੇ ਉਹਨਾਂ ਦੇ ਵਿਚਾਰ ਨੇ ਉਹਨਾਂ ਨੇ ਇਹਨਾਂ ਦੇ ਵਿੱਚ ਵਿਸ਼ਿਆਂ ਨੂੰ ਪੇਸ਼ ਕੀਤਾ ਹੈ। ਤਾਂ 2 ਪੂਰੀਆਂ ਸਿਰਫੀਆਂ ਅਲਫ ਤੋਂ ਜੇ ਤੱਕ ਤੇ ਇੱਕ ਅਧੂਰੀ ਸਿਰਫੀ ਜਿਹੜੀ ਕਾਫ ਤੇ ਖਤਮ ਹੋ ਜਾਂਦੀ ਹੈ ਉਹਨਾਂ ਦੀ। ਇੱਕ ਅਠਵਾਰਾ ਵੀ ਮਿਲਦਾ ਹੈ ਜਿਹਨੂੰ 17 ਅਠਵਾਰਾ ਦੀ ਸ਼੍ਰੇਣੀ ਦੇ ਵਿੱਚ ਰੱਖ ਸਕਦੇ ਹਾਂ ਕਾਵਿ ਰੂਪ ਤੇ ਬੁੱਲੇ ਸ਼ਾਹ ਦਾ ਜਿਹੜਾ ਅਠਵਾਰਾ ਉਹ ਸ਼ਨੀਚਰਵਾਰ ਤੋਂ ਆਰੰਭ ਹੁੰਦਾ ਹੈ, ਕਿਉਂਕਿ ਜਿਹੜਾ ਸ਼ੁੱਕਰਵਾਰ ਹੈ ਜਿਹਨੂੰ ਜੁਮੇ ਦੀ ਰਾਤ ਜਾਂ ਜੁਮਾ ਕਿਹਾ ਜਾਂਦਾ ਹੈ ਇਸਲਾਮ ਦੇ ਵਿੱਚ, ਤਾਂ ਉਸ ਨੂੰ ਪਵਿੱਤਰ ਦਿਨ ਮੰਨਿਆ ਜਾਂਦਾ, ਬੰਦਗੀ ਦਾ ਦਿਨ ਮੰਨਿਆ ਜਾਂਦਾ, ਵਿਸ਼ੇਸ਼ ਜਿਹੜੀ ਹੈ ਨਮਾਜ਼ ਅਦਾ ਕੀਤੀ ਜਾਂਦੀ ਹੈ ਜੁਮੇ ਰਾਤ ਨੂੰ। ਤਾਂ ਸ਼ਨੀਚਰਵਾਰ ਤੋਂ ਸ਼ੁਰੂ ਹੁੰਦਾ ਜਿਹੜਾ ਇਹ ਅਠਵਾਰਾ ਬੁੱਲੇ ਸ਼ਾਹ ਦਾ, ਇਹ ਜੁਮੇ ਰਾਤ ਤੇ ਖਤਮ ਹੋ ਜਾਂਦਾ ਹੈ। ਇਸ ਨੂੰ ਅਠਵਾਰਾ ਇਸ ਕਰਕੇ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ 8 ਵਾਰ 8 ਦਿਨ ਆਉਂਦੇ ਹਨ ਤੇ ਜਿਹੜਾ ਸ਼ੁੱਕਰਵਾਰ ਹੈ ਭਾਵ ਜੁਮੇ ਰਾਤ ਹੈ, ਜੁਮਾ ਜਿਹੜਾ ਉਹ 2 ਵਾਰ ਆਇਆ ਅਖੀਰ ਦੇ ਵਿੱਚ, ਜਿਹੜੇ ਆ 2 ਬੰਦ ਜਿਹੜੇ ਨੇ ਸਾਨੂੰ ਉਹ ਸ਼ੁੱਕਰਵਾਰ ਨਾਲ ਸੰਬੰਧਿਤ ਜਾਂ ਜੁਮੇ ਨਾਲ ਮਿਲਦੇ ਹਨ। ਇਸ ਵਿੱਚ ਕੁੱਲ 8 ਬੰਦ ਹਨ। ਹਰ ਬੰਦ ਦੇ ਆਰੰਭ ਦੇ ਵਿੱਚ ਉਸੇ ਤਰ੍ਹਾਂ ਹੀ ਇੱਕ ਦੋਹਰਾ ਦਿੱਤਾ ਗਿਆ ਹੈ। ਹਰ ਵਾਰ ਦਾ ਇੱਕ ਬੰਦ, ਪਰ ਸ਼ੁੱਕਰਵਾਰ ਦੇ 2 ਬੰਦ ਨੇ ਤੇ ਇਸ ਵਿੱਚ ਕਵੀ ਨੇ ਬਿਰਹਾ ਤੇ ਮਿਲਾਪ ਦੇ ਭਾਵਾਂ ਨੂੰ ਹੀ ਮੁੱਖ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਇਹ ਤੋਂ ਇਲਾਵਾ ਜਿਹੜੀ ਰਚਨਾ ਸਾਨੂੰ ਮਿਲਦੀ ਹੈ ਬੁੱਲੇ ਸ਼ਾਹ ਦੀ ਉਹ ਗੰਢਾਂ ਨਾਲ ਸੰਬੰਧਿਤ ਹੈ। ਗੰਢਾਂ ਜਿਹੜੀਆਂ ਨੇ ਉਹ ਸਾਨੂੰ ਪਤਾ ਵੀ ਪੁਰਾਤਨ ਸਮੇਂ ਦੇ ਵਿੱਚ ਵਿਆਹ ਨਾਲ ਸੰਬੰਧਿਤ ਹੁੰਦੀਆਂ ਸਨ, ਇੱਕ ਤਰ੍ਹਾਂ ਦਾ ਇਨਵੀਟੇਸ਼ਨ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਸਨ ਜਦੋਂ ਜੇ ਅੱਖਰ ਲਿਪੀ ਹੈ ਜਿਹੜੀ ਉਹਦੀ ਕਾਢ ਨਹੀਂ ਸੀ ਕੱਢੀ ਗਈ ਜਾਂ ਕਿਉਂਕਿ ਲੋਕ ਸਾਡੇ ਜ਼ਿਆਦਾਤਰ ਉਸ ਵੇਲੇ ਅਨਪੜ੍ਹ ਹੁੰਦੇ ਸਨ। ਤਾਂ ਇਹਨਾਂ ਰਸਮਾਂ ਨੂੰ ਜਾਂ ਇਸ ਰਸਮ ਨੂੰ ਜਿਹੜਾ ਬੁੱਲੇ ਸ਼ਾਹ ਨੇ ਆਪਣੇ ਅਧਿਆਤਮਿਕ ਅਭਿਵਿਅਕਤੀ ਦਾ ਸਾਧਨ ਬਣਾਇਆ ਹੈ, ਜਿਹਦੇ ਵਿੱਚ ਕੁੱਲ ਮਿਲਾ ਕੇ 40 ਗੰਢਾਂ ਦੇ ਭਾਵ ਸਾਨੂੰ ਮਿਲਦੇ ਨੇ, ਪੰਦ ਨੇ, ਜਿਸ ਵਿੱਚ ਕਵੀ ਨੇ ਸੁਹਾਗਣ, ਪੇਕੇ, ਸਹੁਰੇ ਆਦਿ ਬਿੰਬ ਲੈ ਕੇ ਸੰਸਾਰ ਦੀ ਨਾਸ਼ਮਾਨਤਾ ਨੂੰ ਇਹਨਾਂ ਦੇ ਵਿੱਚ ਪੇਸ਼ ਕੀਤਾ ਹੈ। ਤਾਂ ਉਸੇ ਤਰ੍ਹਾਂ ਹੀ ਵਿਆਹ ਦਾ ਜਿਹੜਾ ਪੂਰੇ ਦਾ ਪੂਰਾ ਬਿੰਬ ਸਿਰਜ ਕੇ ਸੁਹਾਗਣ ਔਰਤ ਨੂੰ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਜਿਹੜੇ ਇੱਕ ਮਨੁੱਖ ਹੈ, ਇੱਕ ਜੀਵ ਹੈ, ਉਹਦੀ ਜਿਹੜੀ ਹੈ ਉਹਦੇ ਪ੍ਰਤੀਕ ਦੇ ਰੂਪ ਦੇ ਵਿੱਚ ਦਿੱਤਾ ਹੈ, ਜਿਹੜਾ ਪੂਰੇ ਦਾ ਪੂਰਾ ਫਿਰ ਜਿਹੜੀ ਸੁਹਾਗਣ ਔਰਤ ਹੈ ਉਹ ਦਾਜ ਕਿਵੇਂ ਤਿਆਰ ਕਰ ਰਹੀ ਹੈ, ਉਹਦੇ ਕੋਲ ਦਿਨ ਥੋੜੇ ਰਹਿ ਗਏ ਹਨ ਤੇ ਸਮਾਂ ਉਸਦਾ ਲੰਘਦਾ ਜਾ ਰਿਹਾ, ਇਸ ਤਰ੍ਹਾਂ ਦੇ ਭਾਵਾਂ ਨੂੰ ਜਿਹੜਾ ਬੁੱਲੇ ਸ਼ਾਹ ਨੇ ਇਹਦੇ ਵਿੱਚ ਪੇਸ਼ ਕੀਤਾ ਹੈ। ਇਹ ਤੋਂ ਇਲਾਵਾ 49 ਗੰਢਾਂ ਜਿਹੜੀਆਂ ਮਿਲਦੀਆਂ ਨੇ ਬੁੱਲੇ ਸ਼ਾਹ ਦੀਆਂ, ਜਿਹਦੇ ਵਿੱਚ ਰੱਬ ਦੀ ਪ੍ਰੀਤ ਨੂੰ ਸਭ ਤੋਂ ਉੱਚਾ ਦਰਜਾ ਤੇ ਮਨੁੱਖ ਨੂੰ ਨੈਤਿਕ ਰੂਪ ਵਿੱਚ ਉੱਚਾ ਉੱਠਣ ਦਾ ਸੰਦੇਸ਼ ਬੁੱਲੇ ਸ਼ਾਹ ਨੇ ਦਿੱਤਾ ਹੈ। ਇਹਦੇ ਵਿੱਚ ਕਵੀ ਨੇ ਉਸੇ ਤਰ੍ਹਾਂ ਹੀ ਕਰਮਕਾਂਡਾਂ, ਦਿਖਾਵੇ, ਅਨੈਤਿਕ ਵਿਹਾਰ ਤੇ ਅਗਿਆਨ ਉੱਤੇ ਵਿਅੰਗ ਸਾਨੂੰ ਇਹਨਾਂ ਜਿਹੜੇ ਗੰਢਾਂ ਦੇ ਵਿੱਚ ਕੀਤੇ ਹੋਏ ਮਿਲ ਜਾਂਦੇ ਹਨ। ਹਾਂਜੀ, ਅਗਲੇ ਸਾਡੇ ਕੋਲ ਕਵੀ ਹਨ ਅਲੀ ਹੈਦਰ, ਜਿਨ੍ਹਾਂ ਨੇ ਜਿਹੜੇ ਜਨਮ ਦੀ ਸਾਰੀ ਡਿਟੇਲ ਤੁਸੀਂ ਇੱਥੇ ਦੇਖ ਸਕਦੇ ਹੋ। ਇਹਨਾਂ ਦੇ ਰਚਨਾਵਾਂ ਬਾਰੇ ਬਾਬਾ ਬੋਸ ਸਿੰਘ ਨੇ ਸੀਰਫੀਆਂ, ਕਾਫੀਆਂ ਤੇ ਵਾਰਤਾਲਾਪ 3 ਪ੍ਰਕਾਰ ਦੀਆਂ ਰਚਨਾਵਾਂ ਗਿਣੀਆਂ ਨੇ। ਡਾਕਟਰ ਸਾਧੂ ਰਾਮ ਸ਼ਾਰਦਾ ਨੇ ਸੀਰਫੀਆਂ, 12 ਮਾਹ ਤੇ ਹੀਰ ਦਾ ਕਿੱਸਾ 3 ਰਚਨਾਵਾਂ ਦੀ ਸੂਚੀ ਦਿੱਤੀ ਹੈ। ਉਜਾਗਰ ਸਿੰਘ ਨੇ ਇਹਨਾਂ ਨੇ ਸੀਰਫੀਆਂ, ਇੱਕ ਨਜ਼ਮ, ਦੀਵਾਨ, ਫੁਟਕਲ ਸ਼ੇਰ, ਅੱਲਾ ਦੇ ਦਰਬਾਰ ਮੇ ਕੂਕਾਂ, ਕਿੱਸਾ ਹੀਰ ਬਰਾਂਝਾ ਇਹ ਰਚਨਾਵਾਂ ਮੰਨੀਆਂ ਨੇ। ਭਾਵ ਇਹਦੇ ਬਾਰੇ ਵੀ ਜਿਹੜੇ ਮਤਭੇਦ ਹੀ ਸਾਨੂੰ ਵੇਖਣ ਨੂੰ ਮਿਲਦੇ ਹਨ। ਤੇ ਸਾਡੇ ਕੋਲ ਅਗਲੇ ਕਵੀ ਵਜੀਦ ਨੇ, ਜਿਹੜੇ ਸਾਡੇ ਸਿਲੇਬਸ ਦਾ ਵੀ ਹਿੱਸਾ ਨੇ ਵੱਖਰੇ ਤੌਰ ਤੇ ਵਜੀਦ ਨੂੰ ਮੋਹਨ ਸਿੰਘ ਦੀਵਾਨਾ ਨੇ ਜਿਹੜਾ ਉਹਨਾਂ ਦਾ ਸਮਾਂ ਮਿੱਥਿਆ ਉਹ 1550 ਈਸਵੀ ਤੋਂ 1650 ਈਸਵੀ ਦੇ ਦਰਮਿਆਨ ਦਾ
ਰੱਖਿਆ ਹੈ। ਤੇ ਇਹ ਕਿਹਾ ਗਿਆ ਕਿ ਉਹ ਜਿਹੜੇ ਨੇ ਜਲੰਧਰ ਜਿਹੜੇ ਆ ਸਥਾਨ ਦੇ ਜਿਹੜੇ ਜੰਮਪਲ ਸਨ, ਉਸ ਇਲਾਕੇ ਦੇ ਰਹਿਣ ਵਾਲੇ ਸਨ। ਤੇ ਭਾਈ ਕਾਹਨ ਸਿੰਘ ਨਾਭਾ ਨੇ ਵਜੀਦ ਦਾ ਸਮਾਂ ਵੀ 16ਵੀਂ ਸਦੀ ਜਿਹੜੇ ਮੱਧ ਦਾ ਦੱਸਿਆ ਹੈ। ਇਹਨਾਂ ਦੀ ਰਚਨਾਵਾਂ, ਪਿਆਰਾ ਸਿੰਘ ਪਦਮ ਨੇ ਵਜੀਦ ਦੀਆਂ ਜਿਹੜੀਆਂ ਰਚਨਾਵਾਂ ਦਾ ਵੇਰਵਾ ਸਾਰਾ ਦਿੱਤਾ ਹੇਠਾਂ। ਦੋ ਸ਼ਬਦ ਦਿੱਤੇ ਨੇ, ਰਾਗ ਤਲੰਗ ਕਾਫੀ, ਰਾਗ ਬਿਲਾਵਲ ਚ 40 ਸ਼ਲੋਕ ਨੇ, 33 ਤੂਤੀਏ ਨੇ, ਇੱਕ ਮਾਝ, ਇੱਕ ਦੋਹਰਾ। ਇਹਨੂੰ ਤੁਸੀਂ ਬਾਅਦ ਦੇ ਵਿੱਚ ਪੜ੍ਹ ਸਕਦੇ ਹੋ। ਤੇ 14 ਗ੍ਰੰਥ ਉਹਨਾਂ ਦੇ ਰਚੇ ਹੋਏ ਮੰਨੇ ਨੇ, ਉਤਪਤੀਨਾਮਾ, ਗਰਜਨਾਮਾ, ਇਹ ਜਿਹੜੀ ਸਾਰੀ ਡਿਟੇਲ ਹੈ। ਪਰ ਇਹਨਾਂ ਵਿੱਚੋਂ ਮਿਲਦਾ ਕਿੰਨਾ ਕੁ ਹੈ, ਇਹ ਆਪਣੇ ਆਪ ਦੇ ਵਿੱਚ ਫਿਰ ਸਵਾਲਾਂ ਦੇ ਦਾਇਰੇ ਦੇ ਵਿੱਚ ਆ ਜਾਂਦਾ ਹੈ। ਤੇ ਮਿਲਦੀ ਕਿਸ ਨਾਮ ਹੇਠਾਂ, ਕਿੰਨੀ ਕੁ ਪ੍ਰਮਾਣਿਕਤਾ, ਇਹ ਫਿਰ ਇੱਕ ਪ੍ਰਸ਼ਨ ਚਿੰਨ੍ਹ ਇਹਨਾਂ ਦੀ ਰਚਨਾਵਾਂ ਤੇ ਲੱਗ ਜਾਂਦਾ ਹੈ। ਤਾਂ ਪੰਜਾਬੀ ਦੇ ਵਿੱਚ ਸਭ ਤੋਂ ਵਧੇਰੇ ਜਿਹੜੀ ਪਸੰਦ ਕੀਤੀਆਂ ਇਹਨਾਂ ਦੀਆਂ ਜਿਹੜੇ ਸ਼ਲੋਕ ਨੇ, ਅਸੀਂ ਸਾਰੇ ਜਾਣਦੇ ਹਾਂ ਵਜੀਦ ਦਾ ਇਉਂ ਨਹੀਂ ਇੰਝ ਕਰ, ਜਿਹੜੇ ਤਕੀਆ ਕਲਾਮ ਹੀ ਇੱਕ ਤਰ੍ਹਾਂ ਦਾ ਹੋ ਗਿਆ ਇਹਨਾਂ ਦਾ, ਇਸ ਸ਼ਲੋਕਾਂ ਦੇ ਵਿੱਚ ਤੇ ਲੋਕਾਂ ਦੇ ਇੱਕ ਤਰ੍ਹਾਂ ਦੇ ਅਖਾਣ ਦੇ ਰੂਪ ਦੇ ਵਿੱਚ ਇਹ ਬੁੱਲਾਂ ਤੇ ਚੜ ਗਏ ਨੇ। ਕਾਵਿ ਕਲਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਵਜੀਦ ਦੀ ਜਿਹੜੀ ਪੰਜਾਬੀ ਵਿੱਚ ਚੌਤੁਕੇ ਪਦਾਂ ਵਾਲੀ ਰਚਨਾ ਸ਼ਲੋਕਾਂ ਦੇ ਵਿੱਚ ਮਿਲਦੀ ਹੈ, ਕਿਉਂਕਿ ਸਾਡਾ ਵਧੇਰੇ ਵਾਹ ਵਾਸਤਾ ਇੱਥੇ ਸ਼ਲੋਕਾਂ ਨਾਲ ਹੈ, ਜਿਨ੍ਹਾਂ ਦੇ ਅੰਤ ਵਿੱਚ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਝ ਕਰ ਮਿਲਦਾ ਹੈ। ਪੰਜਾਬੀ ਵਿੱਚ ਵਜੀਦ ਦੇ ਸ਼ਲੋਕ ਆਮ ਲੋਕਾਂ ਦੀ ਜ਼ੁਬਾਨ ਤੇ ਚੜੇ ਨੇ। ਸਮਾਜ ਦੀ ਕਹਾਣੀ ਵੰਡ, ਜਿਹੜੇ ਵਿਸ਼ੇ ਨੇ ਉਹੀ ਰੱਬੀ ਭਾਣਾ ਹੈ, ਨਾਸ਼ਮਾਨਤਾ, ਮੁਰਸ਼ਿਦ ਦੀ ਲੋੜ ਹੈ, ਰੱਬ ਦੀ ਭਗਤੀ ਹੈ। ਤੇ ਜੇਕਰ ਕਾਵਿ ਗੁਣਾਂ ਦੀ ਗੱਲ ਕਰੀਏ, ਚੁਸਤ ਛੰਦ ਪ੍ਰਬੰਧ ਇਹਨਾਂ ਦੀ ਮਿਲਦਾ ਹੈ। ਰੂਪ ਪੱਖੋਂ ਨਿਰਾਲੀ ਚਾਲ ਹੈ, ਇਹ ਸਾਰਾ ਤੁਸੀਂ ਬਾਅਦ ਦੇ ਵਿੱਚ ਵੀ ਵੇਖ ਸਕਦੇ ਹੋ। ਤੇ ਜਿਹੜੀ ਇਹਦੇ ਵਿੱਚੋਂ ਨਵੀਂ ਗੱਲ ਜਾਂ ਅਸੀਂ ਕਹਿੰਦੇ ਵੀ ਵਿਸ਼ੇਸ਼ ਗੱਲ ਇਹ ਹੈ ਕਿ ਬਾਬਾ ਵਜੀਦ ਪਹਿਲੀ ਵਾਰ ਜਿਹੜੇ ਆ ਸਮਾਜਿਕ ਜਿਹੜੀ ਵੰਡਾਂ ਜਿਹੜੀਆਂ ਪਈਆਂ ਹੋਈਆਂ ਨੇ ਸਮਾਜ ਦੇ ਵਿੱਚ, ਠੀਕ ਹੈ ਜੀ, ਉਹਦੇ ਉੱਤੇ ਸਮਾਜ ਦੀ ਕਹਾਣੀ ਵੰਡ ਦੇ ਉੱਤੇ ਕਟਾਖਸ਼ ਕਰਦੇ ਨੇ ਤੇ ਰੱਬ ਨੂੰ ਪਹਿਲੀ ਵਾਰ ਜਿਹੜੇ ਕਟਹਿਰੇ ਦੇ ਵਿੱਚ ਖੜਾ ਕਰ ਦਿੰਦੇ ਨੇ, ਹਨਾ। ਜਦੋਂ ਸਾਰਾ ਆਪਣੇ ਸ਼ਲੋਕ ਦੇ ਵਿੱਚ ਅਖੀਰ ਦੇ ਵਿੱਚ ਇਹ ਬੰਦ ਦੁਹਰਾਉਂਦੇ ਨੇ ਕਿ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਇੱਕ ਨਾ ਕਰ ਪੁੱਤਰ ਪੁੱਤਰਾ ਕਰ ਭੋਤਰੇ, ਹਨਾ, ਇੱਕ ਨਾ ਦੇ ਕਰ ਇੱਕ ਉਹ ਵੀ ਜਾਏ ਮਾਰ। ਜਦੋਂ ਇਸ ਤਰ੍ਹਾਂ ਦੇ ਜਿਹੜੀ ਸਮਾਜ ਦੇ ਵਿੱਚ ਜੋ ਵਰਤਾਰਾ ਹੈ ਉਹਦੇ ਬਾਰੇ ਜਦੋਂ ਸਵਾਲ ਉਠਾਉਂਦੇ ਨੇ ਤਾਂ ਅਖੀਰ ਦੇ ਵਿੱਚ ਫਿਰ ਇਹ ਰੱਬ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰ ਦਿੰਦੇ ਨੇ। ਤਾਂ ਇਹ ਜਿਹੜੀ ਉਹਨਾਂ ਦੀ ਰਚਨਾਵਾਂ ਦੀ ਜਿਹੜੀ ਵਿਸ਼ੇਸ਼ਤਾ ਸਾਨੂੰ ਵੇਖਣ ਨੂੰ ਮਿਲਦੀ ਹੈ। ਫਰਦ ਫਕੀਰ 18ਵੀਂ ਸਦੀ ਨਾਲ ਸੰਬੰਧਿਤ ਫਰਦ ਫਕੀਰ ਮੰਨੇ ਜਾਂਦੇ ਨੇ ਪੰਜਾਬੀ ਦੇ ਸੂਫੀ ਸ਼ਾਇਰ, ਤੇ ਉਹਨਾਂ ਦੇ ਜੀਵਨ ਬਾਰੇ ਵੀ ਸਾਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ, ਪ੍ਰਮਾਣਿਕ ਨਹੀਂ ਹੈ, ਇਸ ਕਰਕੇ ਨਾਲ ਸੰਬੰਧਿਤ ਸਵਾਲ ਨਹੀਂ ਆਏਗਾ। ਤੇ ਇਹ ਤੋਂ ਇਲਾਵਾ ਉਹਨਾਂ ਦੀ ਇੱਕ ਰਚਨਾ ਮੰਨੀ ਜਾਂਦੀ ਹੈ ਕਸਬਨਾਮਾ ਵਫਿੰਦਗਾਨ, ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਦੀ ਥੋੜੀ ਜਿਹੀ ਜਾਣਕਾਰੀ ਹੈ ਜਿਹੜੀ ਮਿਲ ਜਾਂਦੀ ਹੈ। 1163 ਵਰਸ ਸਮਨ ਨਬੀ ਦੇ ਆਇਆ, ਇਹ ਰਿਸਾਲਾ ਕਾਮਲ ਹੋਇਆ, ਹੁਕਮ ਧੁਰਾ ਦਾ ਹੋਇਆ। ਕੁਝ ਉਹਨਾਂ ਦੀ ਇਸ ਰਚਨਾ ਕਸਬਨਾਮਾ ਵਫਿੰਦਗਾਨ ਚੋਂ ਹੀ ਉਹਨਾਂ ਦੇ ਜੀਵਨ ਬਾਰੇ ਮਿਲਦੀ ਹੈ। ਤਾਂ ਇੱਥੋਂ ਹੀ ਪਤਾ ਲੱਗਦਾ ਕਿ 1751 ਦੇ ਈਸਵੀ ਦੇ ਵਿੱਚ ਮੁਕੰਮਲ ਉਹਨਾਂ ਨੇ ਇਹ ਕੀਤੀ ਹੈ। ਤੇ ਸਿਧਾਰਥੀ ਵਿਦਵਾਨਾਂ ਨੇ ਉਹਨਾਂ ਦਾ ਜਨਮ ਹੈ ਜਿਹੜਾ 1720 ਦੇ ਨੇੜੇ ਤੇੜੇ ਦਾ ਮੰਨਿਆ ਹੈ। ਤੇ ਉਹ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਜੰਮਪਲ ਮੰਨੇ ਗਏ ਨੇ, ਠੀਕ ਹੈ ਜੀ। ਤੇ ਇਹ ਸਾਰੀ ਦੀ ਸਾਰੀ ਉਹਨਾਂ ਦੀ ਜਿਹੜੀ ਰਚਨਾਵਾਂ ਦੇ ਬਾਰੇ ਜਾਣਕਾਰੀ ਹੈ। ਨਸਰ ਫਾਰਸੀ ਨੂੰ ਛੱਡ ਅਸਾਂ ਨੇ ਹਿੰਦੀ ਨਜ਼ਮ ਬਣਾਇਆ, ਭਾਵ ਇਹਦੇ ਵਿੱਚ ਵਿਦਵਾਨ ਇਹੀ ਮੰਨਦੇ ਨੇ ਕਿ ਜਿਹੜੇ ਉਸ ਵੇਲੇ ਦੇ ਸੂਫੀ ਕਵੀ ਨੇ ਉਹ ਹਿੰਦੀ ਦਾ ਭਾਵ ਇੱਥੇ ਪੰਜਾਬੀ ਹੀ ਹੈ ਲਿਆ ਜਾਂਦਾ ਹੈ। ਤਾਂ ਹਿੰਦੀ ਤੋਂ ਭਾਵ ਅਸਲ ਵਿੱਚ ਪੰਜਾਬ ਦੇ ਵਸਨੀਕਾਂ ਦੀ ਭਾਸ਼ਾ ਪੰਜਾਬੀ ਭਾਸ਼ਾ ਹੀ ਹੈ। ਫਰਦ ਫਕੀਰ ਦੀਆਂ ਰਚਨਾਵਾਂ ਕਸਮਨਾਮਾ, ਵਫਿੰਦਗਾਨ, ਬਾਰਾਂਮਾਹ ਤੇ ਸਿਰਫੀ ਇੱਥੇ ਸ਼ਾਮਲ ਕੀਤੀ ਗਈ ਹੈ, ਜਿਹੜੀ ਮੰਨੀ ਗਈ ਹੈ। ਕਸਬਨਾਮਾ ਤੋਂ ਭਾਵ ਹੁੰਦਾ ਵੀ ਜਿਹੜੇ ਕਿੱਤਿਆਂ ਨਾਲ ਸੰਬੰਧਿਤ ਜਿਹੜੇ ਸਾਡੇ ਪਿਤਾ ਪੁਰਖੀ ਕਿੱਤੇ ਨੇ ਉਹਨਾਂ ਦੇ ਵਿੱਚ ਅਧਿਆਤਮਕ ਵਿਚਾਰ ਨੇ ਜਿਹੜੇ ਪੇਸ਼ ਕੀਤੇ ਜਾਂਦੇ ਨੇ। ਕਸਬ ਦਾ ਮਤਲਬ ਹੈ ਵਿਸ਼ੇਸ਼ ਕਿੱਤਾ, ਕਿੱਤਾ ਜਿਹੜਾ ਕਸਬ ਦਾ ਅਰਥ ਹੁੰਦਾ ਹੈ। ਤਾਂ ਫਰਦ ਫਕੀਰ ਦੀ ਸਿਰਫ ਹੀ ਜਿਹੜੀ ਅਲਫ ਤੋਂ ਜੇ ਤੱਕ ਮਿਲਦੀ ਹੈ, ਜਿਹਦੇ ਹਰ ਬੰਦ ਦੀਆਂ 4 ਤੁਕਾਂ ਹਨ। ਇਸ ਵਿੱਚ ਕਵੀ ਨੇ ਸੰਬੋਧਨ ਸ਼ੈਲੀ ਵਿੱਚ ਜਗਤ ਦੀ ਨਾਸਮਾਨਤਾ, ਉਹੀ ਵਿਸ਼ੇ ਨੇ ਸਾਰੇ ਦੇ ਸਾਰੇ, ਨੈਤਿਕ ਗਿਰਾਵਟ, ਧਰਮ ਕਰਮਕਾਂਡ, ਦਿਖਾਵਾ, ਤੋਤਾ ਰਟਣੀ, ਇਹਨਾਂ ਦੇ ਉੱਤੇ ਜਿਹੜੇ ਨੇ ਪ੍ਰਸ਼ਨ ਉਠਾਏ ਨੇ। ਤਿਆਗ, ਆਤਮਿਕ ਦੇ ਨੈਤਿਕ ਸ਼ੁੱਧਤਾ ਦੀ ਗੱਲ ਹੈ। ਹਜ਼ਰਤ ਮੁਹੰਮਦ ਸਾਹਿਬ ਤੇ 4 ਖਲੀਫਿਆਂ, ਸ਼ਰਾਬ ਵਿੱਚ ਯਕੀਨ ਰੱਖਣਾ ਦੀ ਜ਼ੋਰਦਾਰ ਪ੍ਰੇਰਣਾ ਜਿਹੜੀ ਉਹਨਾਂ ਨੇ ਇਹਨਾਂ ਦੇ ਵਿੱਚ ਸੀਰਫੀ ਦੇ ਵਿੱਚ ਆਪਣੀ ਦਿੱਤੀ ਹੈ। ਇਹ ਤੋਂ ਇਲਾਵਾ ਬਾਰਾਂਮਾਹ ਜਿਹੜਾ ਫਰਦ ਫਕੀਰ ਦਾ ਉਹ ਚੇਤ ਮਹੀਨੇ ਤੇ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਦਾ ਕਈ ਵਾਰ ਸਵਾਲ ਆ ਸਕਦਾ ਕਿ ਫਰਦ ਫਕੀਰ ਨਾਲ ਸੰਬੰਧਿਤ ਬਾਰਾਂਮਾਹ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ, ਤਾਂ ਇਹਨਾਂ ਦਾ ਚੇਤ ਮਹੀਨੇ ਤੋਂ ਜਿਹੜਾ ਸ਼ੁਰੂ ਹੁੰਦਾ ਹੈ।
ਤੇ ਫੱਗਣ ਤੇ ਜਾ ਕੇ ਖਤਮ ਹੋ ਜਾਂਦਾ ਹੈ। ਇਸ ਵਿੱਚ ਕਵੀ ਨੇ ਬਿਰਹਾ ਕੁੱਠੀ ਇਸਤਰੀ ਜੀਵ ਦੇ ਬਿੰਬ ਨੂੰ ਰੂਪਮਾਨ ਕੀਤਾ ਹੈ, ਜੋ ਆਪਣੇ ਕੰਤ ਰੂਪੀ ਰੱਬ ਤੋਂ ਵਿਛੜੀ ਹੋਈ ਹੈ। ਹਾਸ਼ਮ ਸ਼ਾਹ ਵੈਸੇ ਤਾਂ ਜੇਕਰ ਅਸੀਂ ਦੇਖੀਏ ਤਾਂ ਇਹ ਕਿੱਸਾ ਕਵੀ ਦੇ ਤੌਰ ਤੇ ਸਭ ਤੋਂ ਵਧੇਰੇ ਪ੍ਰਸਿੱਧ ਹੋਏ ਨੇ, ਪਰ ਇਹਨਾਂ ਦੇ ਜਿਹੜੇ ਵਿਚਾਰ ਨੇ ਸਾਨੂੰ ਉਹਨਾਂ ਦੀਆਂ ਕਿੱਸਾ ਰਚਨਾਵਾਂ ਨਾਲ ਸੰਬੰਧਿਤ ਉਹਨਾਂ ਦੇ ਵਿੱਚ ਵੀ ਮਿਲ ਜਾਂਦੇ ਨੇ, ਤੇ ਕੁਝ ਜਿਹੜੇ ਨੇ ਉਹਨਾਂ ਦੇ ਦੋਹੜਿਆਂ ਦੇ ਰੂਪ ਦੇ ਵਿੱਚ, ਡਿਓਡਾਂ ਦੇ ਰੂਪ ਦੇ ਵਿੱਚ ਵੀ ਸੂਫੀ ਵਿਚਾਰ ਸਾਨੂੰ ਮਿਲਦੇ ਨੇ। ਇਹ ਉਹਨਾਂ ਦੀ ਥੋੜੀ ਜਿਹੀ ਜਿਹੜੀ ਜੀਵਨ ਦੇ ਬਾਰੇ ਇੱਥੇ ਜਾਣਕਾਰੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਉ ਕਲਾਂ ਨਾਲ ਸੰਬੰਧ ਜਿਹੜਾ ਵਿਦਵਾਨਾਂ ਨੇ ਮੰਨਿਆ 1735 ਤੋਂ 1823, ਉਹੀ ਸਾਰੇ ਕਾਮਨ ਵਿਸ਼ੇ ਜਿਹੜੇ ਨੇ ਇਹਨਾਂ ਨੇ ਮੁੱਖ ਰੂਪ ਚ ਪ੍ਰਗਟਾਏ ਨੇ। ਇਹ ਰਚਨਾਵਾਂ ਨੇ ਤੇ ਇਹਨਾਂ ਦੇ ਵਿੱਚੋਂ ਦੋਹੜੇ ਤੇ ਡਿਓੜਾ ਨੇ ਜਿਹੜੀ ਉਹਨਾਂ ਦੇ ਸੂਫੀ ਵਿਚਾਰਾਂ ਦੇ ਪ੍ਰਮੁੱਖ ਰਚਨਾਵਾਂ ਮੰਨੀਆਂ ਜਾ ਸਕਦੀਆਂ ਨੇ। ਤਾਂ ਇਹ ਥੋੜੀ ਜਿਹੀ ਹੋਰ ਉਹਨਾਂ ਦੇ ਬਾਰੇ ਜਾਣਕਾਰੀ ਹੈ ਇੱਥੇ। ਮੌਲਾ ਬਖਸ਼ ਕੁਸ਼ਤਾ ਨੇ ਹਿੰਦੀ ਤੇ ਸੰਸਕ੍ਰਿਤ ਸਿੱਖਣ ਲਈ ਕਹਿੰਦੇ ਮੰਨਿਆ ਕਿ ਹਾਸ਼ਮ ਬਨਾਰਸ ਵੀ ਗਿਆ, ਤੇ ਇਹ ਤੋਂ ਇਲਾਵਾ ਉਹਨਾਂ ਦਾ ਇੱਕ ਮਾਣਕ ਦਾਸ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਵੀ ਉਹਨਾਂ ਤੇ ਮੰਨਿਆ ਗਿਆ, ਤੇ ਮਾਣਕ ਦਾਸ ਦਾ ਜਿਹੜਾ ਸੰਬੰਧ ਸੀ ਉਹ ਕਾਦਰੀ ਫਿਰਕੇ ਨਾਲ ਜੋੜਿਆ ਗਿਆ। ਤਾਂ ਇਸ ਕਰਕੇ ਜਿਹੜਾ ਉਹਨਾਂ ਦਾ ਅਧਿਆਤਮਕ ਅਨੁਭਵ ਹੋਇਆ ਉਹ ਮਾਣਕ ਦਾਸ ਨਾਂ ਦੇ ਜਿਹੜੇ ਉਹਨਾਂ ਦੇ ਸੰਤ ਸਨ, ਉਹਨਾਂ ਦੇ ਕਹਿ ਲਓ ਮੁਰਸ਼ਦ ਸਨ, ਉਹਨਾਂ ਦੇ ਰਾਹੀਂ ਹੋਇਆ। ਇਹ ਤੋਂ ਇਲਾਵਾ ਉਹਨਾਂ ਦਾ ਜਿਹੜਾ ਮੋਢੀ ਸ਼ੇਖ ਅਬਦੁਲ ਕਾਦਰ ਜਲਾਨੀ ਸੀ ਕਾਦਰੀਆ ਫਿਰਕੇ ਦਾ, ਤਾਂ ਇਸ ਕਰਕੇ ਜਿਹੜਾ ਹੈ ਹਾਸ਼ਮ ਨੇ ਉਸ ਪ੍ਰਤੀ ਜਿਹੜੀ ਆਪਣੀ ਸ਼ਰਧਾ ਵੀ ਪ੍ਰਗਟਾਈ ਹੈ। ਤਾਂ ਇਸ ਕਰਕੇ ਉਹਦੇ ਵਿੱਚ ਉਹਨਾਂ ਨੇ ਫਾਰਸੀ ਦੇ ਵਿੱਚ 2 ਰਚਨਾਵਾਂ ਲਿਖੀਆਂ ਨੇ ਅਬਦੁਲ ਕਾਦਰ ਜਿਲਾਨੀ ਬਾਰੇ, ਮੁਨਾਜਾਤ ਤੇ ਸੀਰਫੀ ਵੀ ਜਿਹੜੀ ਆ ਉਹ ਮਿਲਦੀ ਹੈ ਸ਼ੇਖ ਅਬਦੁਲ ਕਾਦਰ ਜਿਲਾਨੀ। ਕਈ ਵਾਰ ਇਸ ਤਰ੍ਹਾਂ ਦਾ ਪ੍ਰਸ਼ਨ ਵੀ ਆ ਸਕਦਾ ਹੈ। ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਹਾਸ਼ਮ ਅਸੀਂ ਸਾਰੇ ਹੀ ਜਾਣਦੇ ਹਾਂ। ਸ਼ਾਇਰੀ, ਹਕੀਮੀ ਤੇ ਫਕੀਰੀ, ਇਹ 3 ਤਰ੍ਹਾਂ ਦੀ ਜਿਹੜੀਆਂ ਉਹਨਾਂ ਦੀ ਨਾਲ ਸੰਬੰਧਿਤ, ਉਹਨਾਂ ਦੀ ਵਿਅਕਤੀਤਵ ਨਾਲ ਸੰਬੰਧਿਤ ਸਾਨੂੰ ਗੱਲਾਂ ਮਿਲਦੀਆਂ ਨੇ। ਕਿਸੇ ਸ਼ਾਇਰੀ ਕੀਤੀ, ਪੇਸ਼ੇ ਤੋਂ ਹਕੀਮ ਸਨ ਤੇ ਸੁਭਾਅ ਤੋਂ ਉਹ ਫਕੀਰ ਸਨ। ਤੇ ਇਹ ਰਚਨਾਵਾਂ ਦੇ ਸਾਰੇ ਵੇਰਵੇ ਤੁਸੀਂ ਦੇਖ ਹੀ ਰਹੇ ਹੋ। ਤੇ ਮੁਹੰਮਦ ਬਖਸ਼ ਜਿਹੜੇ ਉਹਨਾਂ ਨੇ ਹਾਸ਼ਮ ਨੂੰ ਦੀ ਤਾਰੀਫ ਕਰਦਿਆਂ ਸੁਖਨ ਦਾ ਬਾਦਸ਼ਾਹ ਕਿਹਾ ਉਹਨਾਂ ਨੂੰ। ਕਈ ਵਾਰ ਇਸ ਤਰ੍ਹਾਂ ਦਾ ਪ੍ਰਸ਼ਨ ਆ ਸਕਦਾ, ਕਿਸ ਕਵੀ ਨੇ ਜਾਂ ਕਿਸ ਨੂੰ ਸੁਖਨ ਦਾ ਬਾਦਸ਼ਾਹ ਕਿਹਾ ਗਿਆ? ਤਾਂ ਹਾਸ਼ਮ ਨੂੰ ਮੁਹੰਮਦ ਬਖਸ਼ ਨੇ। ਹਾਂਜੀ, ਇਹ ਸਾਰੀ ਦੀ ਸਾਰੀ ਜਾਣਕਾਰੀ ਤੁਸੀਂ ਪੜ੍ਹ ਵੀ ਸਕਦੇ ਹੋ। ਸੂਫੀ ਸੰਤਾਂ ਵਿੱਚ ਉੱਚ ਕੋਟੀ ਦਾ ਰਸਵਾਦੀ ਸ਼ਾਇਰ, ਅਧਿਆਤਮਿਕ ਰਸ ਨੂੰ ਉਹਨੇ ਇਸ਼ਕ ਦੇ ਰੂਪ ਦੇ ਵਿੱਚ ਪੇਸ਼ ਕੀਤਾ ਆਪਣੇ ਕਿੱਸਿਆਂ ਦੇ ਵਿੱਚ ਵੀ, ਤੇ ਆਪਣੇ ਸੂਫੀ ਵਿਚਾਰਾਂ ਨਾਲ ਸੰਬੰਧਿਤ ਰਚਨਾਵਾਂ ਵਿੱਚ ਵੀ। ਦੋਹੜਿਆਂ ਦੇ ਵਿੱਚ ਸੂਫੀਆਨਾ ਰੰਗਤ ਹੈ, ਪ੍ਰੇਮ ਦਾ ਰੰਗ ਪ੍ਰਧਾਨ ਹੈ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ, ਦੋਹੜਿਆਂ ਦੇ ਵਿੱਚ, ਤੇ ਸੰਕੋਚਮਈ ਸ਼ੈਲੀ ਹੈ ਜਿਹੜੀ ਉਹ ਸਾਨੂੰ ਮਿਲਦੀ ਹੈ ਜੀ। ਇਹ ਤੋਂ ਇਲਾਵਾ ਡਿਓਡਾ, ਇਹਨਾਂ ਦੇ ਵਿੱਚ ਇਸ਼ਕ ਦੀ ਇੰਤਹਾ, ਸੂਰਜ ਦਾ ਸਾਗਰ, ਇਹ ਸਾਰਾ ਕੁਝ ਜਿਹੜਾ ਸਾਨੂੰ ਮਿਲਦਾ ਹੈ। ਗੁਲਾਮ ਫਰੀਦ ਪੰਜਾਬੀ ਸੂਫੀ ਕਾਵਿ ਦੇ ਜਿਹੜੇ ਨੇ ਹੋਰ ਇੱਕ ਪ੍ਰਸਿੱਧ ਤੇ ਜਿਨ੍ਹਾਂ ਨਾਲ ਸੂਫੀ ਕਾਵਿ ਆਪਣੇ ਅੰਤ ਤੱਕ ਪਹੁੰਚ ਜਾਂਦੀ ਹੈ, ਪਤਨ ਵੱਲ ਚਲੀ ਜਾਂਦੀ ਹੈ। ਤਾਂ ਸਰਾਇਕੀ, ਮੁਲਤਾਨੀ, ਵਹਾਵਲਪੁਰੀ ਇਹ ਇਹਨਾਂ ਦੇ ਖੇਤਰ ਨਾਲ ਸੰਬੰਧਿਤ ਹੈ। ਇਹਨਾਂ ਨਾਲ ਵਿਸ਼ੇਸ਼ ਗੱਲ ਇਹ ਹੈ ਕਿ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਪਹਿਲੀ ਵਾਰ ਸਰਾਇਕੀ ਜਿਹੜੀ ਹੈ ਬੋਲੀ ਦਾ ਰੰਗ ਬਥੇਰੇ ਮਿਲਦਾ ਹੈ। ਇਸ ਤਰ੍ਹਾਂ ਦਾ ਪ੍ਰਸ਼ਨ ਆ ਸਕਦਾ ਵੀ ਕਿਸ ਸੂਫੀ ਕਵੀ ਦੀ ਰਚਨਾਵਾਂ ਦੇ ਵਿੱਚ ਸਰਾਇਕੀ ਰੰਗ ਵਧੇਰੇ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ। ਤਾਂ ਸਰਾਇਕੀ, ਮੁਲਤਾਨੀ, ਬਹਾਵਲਪੁਰੀ ਦਾ ਜਿਹੜਾ ਪ੍ਰਭਾਵ ਹੈ ਉੱਥੋਂ ਦੀ ਬੋਲੀ ਦਾ ਹੈ ਨਾ, ਉਹ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਮਿਲਦਾ ਹੈ। ਮੁੱਖ ਰੂਪ ਦੇ ਵਿੱਚ ਲਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ 272 ਦੇ ਲਗਭਗ ਕਾਫੀਆਂ ਦੀ ਮਿਲਦੀਆਂ ਨੇ। ਇਹ ਤੋਂ ਇਲਾਵਾ ਦੋਹੜੇ ਤੇ ਉਰਦੂ ਗਜ਼ਲਾਂ ਦੀ ਵੀ ਗੱਲ ਹੋਈ ਹੈ, ਇਹ ਵੀ ਅਪ੍ਰਮਾਣਿਕ ਹੀ ਹਨ। ਤੇ ਅਰਬੀ, ਫਾਰਸੀ, ਇਹ ਜਿਹੜੀਆਂ ਉਹਨਾਂ ਦੀਆਂ ਭਾਸ਼ਾਵਾਂ ਦਾ ਜਿਹੜਾ ਗਿਆਨ ਤੁਸੀਂ ਦੇਖ ਰਹੇ ਹੋ। ਇਸ਼ਕ ਹਕੀਕੀ ਉਹਨਾਂ ਦੇ ਵਿਸ਼ਿਆਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਪ੍ਰਧਾਨ ਹੈ, ਸਾਰੇ ਹੀ ਸੂਫੀਆਂ ਦਾ ਮਨਪਸੰਦ ਵਿਸ਼ਾ ਹੈ। ਇਹ ਤੋਂ ਇਲਾਵਾ ਬਿਰਹੇ ਦੀ ਗੱਲ ਹੈ, ਪੀੜ ਦੀ ਗੱਲ ਹੈ, ਤੇ ਸ਼ਰੀਅਤ ਦੀ ਗੱਲ ਹੈ, ਇਹ ਵੀ ਸਾਨੂੰ ਮਿਲਦੀ ਹੈ। ਇਸ ਤੋਂ ਇਲਾਵਾ ਜੇਕਰ ਇਹਨਾਂ ਦੀ ਵਿਸ਼ੇਸ਼ ਗੱਲ ਹੈ ਕਿ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਇਹਨਾਂ ਨੂੰ ਜਿਹੜਾ ਸੰਪਾਦਿਤ ਕੀਤਾ, ਇਹਨਾਂ ਦੀਆਂ ਰਚਨਾਵਾਂ ਨੂੰ। ਡਾਕਟਰ ਕਾਲਾ ਸਿੰਘ ਬੇਦੀ ਨੇ ਕਾਫੀਆ ਖਵਾਜਾ ਗੁਲਾਮ ਫਰੀਦ ਨਾਮ ਅਧੀਨ ਇਸ ਰਚਨਾਵਾਂ ਦਾ ਇੱਕ ਟੀਕਾ ਵੀ ਲਿਖਿਆ, ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪਿਆ। ਇਹ ਤੋਂ ਇਲਾਵਾ ਕਾਫੀਆਂ ਖਵਾਜਾ ਗੁਲਾਮ ਫਰੀਦ, ਕਾਲਾ ਸਿੰਘ ਬੇਦੀ, ਸੂਫੀਆਂ ਦਾ ਕਲਾਮ ਡਾਕਟਰ ਮੋਹਨ ਸਿੰਘ ਦੀਵਾਨਾ ਨੇ, ਸੂਫੀ ਕਾਵਿ ਸੰਗ੍ਰਹਿ ਡਾਕਟਰ ਹਰਨਾਮ ਸਿੰਘ ਸ਼ਾਨ ਨੇ ਜਿਹੜਾ
ਇਹਨਾਂ ਨਾਲ ਸੰਬੰਧਿਤ ਜਿਹੜਾ ਛਪਵਾ ਹੈ। ਹਾਂਜੀ, ਸੂਫੀ ਮਤ ਦੇ ਇਹ ਮੁੱਖ ਵਿਸ਼ੇ ਨੇ, ਇਹਨਾਂ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ। ਅਧਿਆਤਮਿਕ ਰਹੱਸਵਾਦ, ਇਸ਼ਕ, ਹਕੀਕੀ, ਤਿਆਗ, ਫਕੀਰੀ, ਪ੍ਰੇਮਾ, ਭਗਤੀ, ਇਹ ਸਬਰ, ਸੰਤੋਖ, ਤੁਸੀਂ ਬਾਅਦ ਦੇ ਵਿੱਚ ਇਹ ਸਾਰਿਆਂ ਦੇ ਸੂਫੀਆਂ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਵਿਸ਼ੇ ਜਿਹੜੇ ਰਿਪੀਟ ਹੁੰਦੇ ਰਹਿੰਦੇ ਨੇ। ਜਿਵੇਂ ਕਿੱਸਾ ਕਾਵਿ ਦੇ ਵਿੱਚ ਅਸੀਂ ਵੇਖਦੇ ਹਾਂ ਤਾਂ ਸੂਫੀ ਕਵਿਤਾ ਦੇ ਵਿੱਚ, ਪੰਜਾਬੀ ਸੂਫੀ ਕਵਿਤਾ ਦੇ ਵਿੱਚ ਵੀ ਇਹ ਵਿਸ਼ੇ ਮੁੱਖ ਰੂਪ ਦੇ ਵਿੱਚ ਆਈ ਜਾਂਦੇ ਆ, ਵਾਰ-ਵਾਰ ਦੁਹਰਾਏ ਜਾਂਦੇ ਆ। ਤਾਂ ਕਾਵਿ ਰੂਪਾਂ ਦੀ ਜੇਕਰ ਅਸੀਂ ਗੱਲ ਕਰੀਏ, ਸੂਫੀ ਕਾਵਿ ਰੂਪਾਂ ਦੀ ਸ਼ਬਦਾਂ ਦੇ ਬਾਰੇ ਅਸੀਂ ਪਿੱਛਾਂ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਚਰਚਾ ਕਰ ਹੀ ਆਏ ਹਾਂ ਕਿ ਪ੍ਰਸ਼ੰਸਾ, ਉਸਤਤੀ, ਤਾਰੀਫ ਜਿਹੜੀ ਆ ਜਿਸ ਦੇ ਵਿੱਚ ਹੋਵੇ, ਤੇ ਜਿਹੜਾ ਸ਼ਬਦ ਕਾਵਿ ਰੂਪ ਹੈ ਮੁੱਖ ਰੂਪ ਦੇ ਵਿੱਚ ਅਧਿਆਤਮਿਕ ਰਚਨਾਵਾਂ ਦੇ ਲਈ ਹੀ ਰੱਖਿਆ ਗਿਆ ਹੈ। ਉਹਨਾਂ ਦੀ ਹੀ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਸ਼ਬਦ ਤੇ ਅਧਿਆਤਮਿਕ ਬਾਣੀ ਦਾ ਸੁਮੇਲ ਸਮਾਨਾਂਤਰ ਸ਼ਬਦਾਂ ਦੇ ਵਿੱਚ ਵਿਚਰਦਾ ਹੈ। ਇਹਦੇ ਵਿੱਚ ਸੂਫੀ ਕਿਹੜੇ ਸੂਫੀ ਕਵੀਆਂ ਦੀ ਰਚਨਾਵਾਂ ਮਿਲਦੀਆਂ ਨੇ? ਸ਼ੇਖ ਫਰੀਦ ਤੇ ਵਜੀਦ, ਦੋ ਕਵੀ ਨੇ ਸਾਡੇ ਕੋਲ ਜਿਹੜੇ ਸ਼ਬਦ ਜਿਨ੍ਹਾਂ ਨੇ ਰਚੇ ਨੇ, ਮਤਲਬ ਫਰੀਦ ਤੇ ਵਜੀਦ, ਇਹਨਾਂ ਦੇ ਹੀ ਮਿਲਦੇ ਹਨ। ਇਹ ਜਿਹੜੀ ਪਰਿਭਾਸ਼ਾ ਤੁਸੀਂ ਬਾਅਦ ਦੇ ਵਿੱਚ ਵੀ ਦੇਖ ਸਕਦੇ ਹੋ, ਇਹ ਇੱਥੇ ਦੁਹਰਾਇਆ ਗਿਆ ਜੀ। ਹਾਂਜੀ, ਕਾਫੀ ਉਹ ਸ਼ਲੋਕ ਸੀਗਾ, ਸੌਰੀ ਇਹ ਸ਼ਲੋਕ ਹੈ, ਇਸ ਸ਼ਲੋਕ ਇਸ ਸ਼ਲੋਕ ਹਾਂਜੀ, ਇਹ ਸ਼ਲੋਕ ਦੀ ਗੱਲ ਇੱਥੇ ਹੋ ਰਹੀ ਸੀ। ਤੇ ਇਹਦੇ ਵਿੱਚ ਅਸੀਂ ਅੱਗੇ ਸ਼ਬਦ ਦੀ ਗੱਲ ਕਰ ਰਹੇ ਹਾਂ, ਤੇ ਸ਼ਬਦ ਦੇ ਬਾਰੇ ਵੀ ਅਸੀਂ ਪਿੱਛਾ ਕਰ ਆਏ ਹਾਂ, ਜਿਹਦੇ ਵਿੱਚ ਸਾਨੂੰ ਸ਼ੇਖ ਫਰੀਦ ਜੀ ਦੇ ਜਿਹੜੇ ਸ਼ਬਦ ਨੇ ਮੁੱਖ ਰੂਪ ਦੇ ਵਿੱਚ ਸੂਫੀ ਕਵਿਤਾ ਦੇ ਵਿੱਚ ਮਿਲਦੇ ਨੇ। ਇਹ ਤੋਂ ਇਲਾਵਾ ਕਾਫੀ ਕਾਵਿ ਰੂਪ ਹੈ। ਸਭ ਤੋਂ ਮਨਪਸੰਦ ਸੂਫੀਆਂ ਦਾ ਜੇਕਰ ਕੋਈ ਕਾਵਿ ਰੂਪ ਹੈ ਤਾਂ ਉਹ ਕਾਫੀ ਕਾਵਿ ਰੂਪ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਵਿਚਾਰਾਂ ਨੂੰ, ਜਾਂ ਸਭ ਤੋਂ ਵਧੇਰੇ ਸੂਫੀਆਂ ਨੇ ਆਪਣੇ ਅਧਿਆਤਮ ਵਿਚਾਰਾਂ ਨੂੰ ਜਿਹੜਾ ਇਸ ਕਾਵਿ ਰੂਪ ਦੇ ਵਿੱਚ ਹੀ ਪ੍ਰਗਟਾਇਆ ਹੈ। ਤੇ ਇਹਨੂੰ ਤੁਸੀਂ ਬਾਅਦ ਦੇ ਵਿੱਚ ਪੜ੍ਹ ਸਕਦੇ ਹੋ, ਇਹਨਾਂ ਦੀ ਪਰਿਭਾਸ਼ਾ। ਤੇ ਇਹਦੇ ਵਿੱਚ ਸਾਰੇ ਸ਼ਾਹ ਹੁਸੈਨ, ਬੁੱਲੇ ਸ਼ਾਹ, ਸ਼ਾਹ ਸਰ ਬਟਾਲਵੀ, ਗੁਲਾਮ ਫਰੀਦ, ਹਾਸ਼ਮ ਸ਼ਾਹ, ਮੀਰਾ ਸ਼ਾਹ ਜਲੰਧਰੀ ਆਦਿ ਜਿਹੜੇ ਕਵੀ ਨੇ ਸਾਰੇ ਇਹਨਾਂ ਦੇ ਵਿੱਚ ਸ਼ਾਮਲ ਹਨ। ਸੀਅਰਫੀ ਕਾਵਿ ਰੂਪ ਦੀ ਜਿਹੜੀ ਸਿਧਾਂਤਕ ਬਾਰੇ ਵੀ ਤੁਸੀਂ ਇਹਦੇ ਵਿੱਚੋਂ ਪੜ੍ਹ ਲੈਣਾ, ਇਹਦੇ ਬਾਰੇ ਦੇਖ ਲੈਣਾ। ਇਹਨਾਂ ਦੇ ਵਿੱਚ ਜਿਹੜੀ ਕਿਸ ਕਵੀ, ਸੂਫੀ ਕਵੀ ਨੇ ਕਾਵਿ ਰਚਨਾ ਕੀਤੀ, ਉਹਨਾਂ ਦੇ ਵਿੱਚ ਸੁਲਤਾਨ ਵਾਹੂ ਹਨ, ਬੁੱਲੇ ਸ਼ਾਹ ਨੇ, ਅਲੀ ਹੈਦਰ ਹੈ, ਫਰਦ ਫਕੀਰ ਨੇ, ਹਾਸ਼ਮ ਸ਼ਾਹ ਨੇ। ਇਹ ਜਿਹੜੇ ਕਵੀ ਨੇ ਜਿਨ੍ਹਾਂ ਨੇ ਸੀਅਰਫੀ ਕਾਵਿ ਰੂਪ ਦੀ ਵਿੱਚ ਆਪਣੀ ਰਚਨਾਵਾਂ ਦਿੱਤੀਆਂ। ਕਈ ਵਾਰ ਜੁੱਟ ਦੇ ਰੂਪ ਦੇ ਵਿੱਚ ਪ੍ਰਸ਼ਨ ਆ ਜਾਂਦਾ ਹੁੰਦਾ ਵੀ ਇਹਨਾਂ ਵਿੱਚੋਂ ਕਿਹੜੇ ਸੂਫੀ ਕਵੀ ਨੇ ਜਿਹੜੀਆਂ ਸੀਅਰਫੀ ਦੇ ਵਿੱਚ ਰਚਨਾਵਾਂ ਕੀਤੀਆਂ ਹਨ ਜਾਂ ਨਹੀਂ ਕੀਤੀਆਂ, ਸਹੀ ਜੁੱਟ ਕਿਹੜਾ ਹੈ। ਤਾਂ ਇਸ ਨੂੰ ਥੋੜਾ ਧਿਆਨ ਦੇ ਵਿੱਚ ਤੁਸੀਂ ਰੱਖਣਾ। 12ਵਾਂ ਤਾਂ 12 ਮਹੀਨਿਆਂ ਨਾਲ ਸੰਬੰਧਿਤ ਕਾਵਿ ਰੂਪ ਜਿਹੜਾ ਗੁਰਮਤਿ ਦੇ ਵਿੱਚ ਪਹਿਲਾਂ ਹੀ ਪ੍ਰਚਲਿਤ ਸਨ ਤੇ ਲੋਕ ਕਾਵਿ ਦੇ ਵਿੱਚੋਂ ਆਇਆ ਹੋਇਆ ਹੈ। ਤਾਂ ਇਹਦੇ ਵਿੱਚ ਬੁੱਲੇ ਸ਼ਾਹ ਤੇ ਫਰਦ ਫਕੀਰ ਨੇ ਰਚਨਾਵਾਂ ਦਿੱਤੀਆਂ ਹਨ। ਠੀਕ ਹੈ ਜੀ, ਬੁੱਲੇ ਸ਼ਾਹ ਤੇ ਫਰਦ ਫਕੀਰ ਇਹ ਦੋ ਕਵੀ ਹੀ ਹਨ ਜਿਨ੍ਹਾਂ ਨੇ ਰਚਨਾਵਾਂ ਦਿੱਤੀਆਂ ਹਨ। ਤੇ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਸੂਫੀ ਕਵਿਤਾ ਦੇ ਵਿੱਚ 12ਵਾਂ ਰਚਨ ਵਾਲਾ ਤਾਂ ਬੁੱਲੇ ਸ਼ਾਹ ਹੀ ਹੈ, ਇਹਨਾਂ ਦਾ ਨਾਮ ਆਉਂਦਾ ਹੈ। 17 ਜਾਂ 18 ਬੁੱਲੇ ਸ਼ਾਹ ਨੇ ਸਿਰਜਿਆ। ਇਹਦੇ ਵਿੱਚ ਸਿਰਫ ਬੁੱਲੇ ਸ਼ਾਹ ਦੀ ਹੀ ਰਚਨਾ ਮਿਲਦੀ ਹੈ, ਸਭ ਤੋਂ ਪਹਿਲਾਂ ਤੇ ਸਭ ਤੋਂ ਬਾਅਦ ਵੀ। ਜੇਕਰ ਅਸੀਂ ਗੱਲ ਕਰੀਏ 18 ਦੇ ਵਿੱਚ ਕਾਵਿ ਰੂਪ ਦੇ ਵਿੱਚ ਜਿਹੜੀ ਆ ਬੁੱਲੇ ਸ਼ਾਹ ਨੇ ਰਚਨਾ ਦਿੱਤੀ ਹੈ, ਉਹੀ 7 ਹਫ਼ਤੇ ਦੇ 7 ਜਾਂ 8 ਦਿਨਾਂ ਨੂੰ ਆਧਾਰ ਬਣਾ ਕੇ ਰਚਿਆ ਹੋਇਆ ਕਾਵਿ ਰੂਪ ਹੈ ਜੀ। ਗੰਢਾਂ ਤਾਂ ਬੁੱਲੇ ਸ਼ਾਹ ਨਾਲ ਸੰਬੰਧਿਤ ਜਿਹੜੀਆਂ ਨੇ 40 ਗੰਢਾਂ ਦੀ ਰਚਨਾ ਕੀਤੀ। ਇਹਦੇ ਬਾਰੇ ਅਸੀਂ ਗੱਲ ਕਰ ਆਏ ਹਾਂ ਪਿੱਛੇ ਕਿ ਵਿਆਹ ਨਾਲ ਸੰਬੰਧਿਤ ਇਹ ਇੱਕ ਲੋਕ ਕਾਵਿ ਰੂਪ ਹੈ, ਤੇ ਜਿਹਨੂੰ ਬੁੱਲੇ ਸ਼ਾਹ ਨੇ ਆਪਣੇ ਜਿਹੜੇ ਰਹੱਸਵਾਦੀ ਵਿਚਾਰਾਂ ਦੇ ਲਈ ਪ੍ਰਗਟਾਇਆ, ਜਿਹਦੇ ਵਿੱਚ ਇੱਕ ਮੁਟਿਆਰ, ਇੱਕ ਜਿਹੜੀ ਵਿਆਹੁਣ ਯੋਗ ਜਿਹੜੀ ਲਾੜੀ ਹੈ, ਉਹਦੇ ਬਿੰਬ ਰਾਹੀਂ ਜਿਹੜਾ ਜੀਵ ਹੈ, ਮਨੁੱਖ ਹੈ, ਉਹਦੀ ਜਿਹੜਾ ਲਗਾ ਦਿਨੋਂ ਦਿਨ ਖਤਮ ਹੋ ਰਹੀ ਜ਼ਿੰਦਗੀ ਹੈ ਨਾ, ਉਹਦਾ ਇੱਕ ਤਰ੍ਹਾਂ ਦਾ ਬਿੰਬ ਇੱਥੇ ਪੇਸ਼ ਕੀਤਾ ਹੈ, ਨਾਸ਼ਮਾਨਤਾ ਦੀ ਗੱਲ ਕੀਤੀ ਹੈ। ਦੋਹੜਾ ਕਾਵਿ ਰੂਪ ਜਿਹਨੂੰ ਦੋਹਰਾ ਵੀ ਕਹਿ ਦਿੱਤਾ ਜਾਂਦਾ, ਦੋਹੜਾ ਤੇ ਦੋਹਰਾ ਇਹ ਦੋਵੇਂ ਹੀ ਆਪਸ ਵਿੱਚ ਸਮਾਨ ਅੰਤਰ ਨੇ। ਇਹਦੇ ਵਿੱਚ ਹਾਸ਼ਮ ਸ਼ਾਹ ਨੇ ਦੋਹੜੇ, ਸੁਲਤਾਨ ਵਾਹੂ ਦੇ ਤੇ ਬੁੱਲੇ ਸ਼ਾਹ ਦੇ ਜਿਹੜੇ ਮਿਲਦੇ ਨੇ। 3 ਕਵੀ ਨੇ ਜਿਨ੍ਹਾਂ ਨੇ ਦੋਹੜਿਆਂ ਦੇ ਵਿੱਚ ਰਚਨਾਵਾਂ ਰਚੀਆਂ। ਡਿਊਡ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਮੁੱਖ ਰੂਪ ਦੇ ਵਿੱਚ ਜਿਹੜਾ ਹਾਸ਼ਮ ਸ਼ਾਹ ਹੈ, ਉਹਦਾ ਇਹ ਹਰਮਨ ਪਿਆਰਾ ਕਾਵਿ ਰੂਪ ਮੰਨਿਆ ਗਿਆ ਹੈ। ਹਾਸ਼ਮ ਸ਼ਾਹ ਦੀਆਂ ਜਿਹੜੀਆਂ ਰਚਨਾਵਾਂ ਡਿਊਡਾਂ ਦੇ ਵਿੱਚ ਸੂਫੀ ਰੰਗਤ ਦੇ ਵਿੱਚ ਰੰਗੀਆਂ
ਜਿਹੜੀਆਂ ਵਿਚਾਰ ਨੇ ਉਹ ਮਿਲਦੇ ਨੇ। ਇਹਦੇ ਵਿੱਚ ਜਿਹੜਾ ਹਾਸ਼ਮ ਸ਼ਾਹ ਨੇ ਅਸੀਂ ਪਿੱਛੇ ਗੱਲ ਕਰ ਹੀ ਆਏ ਹਾਂ ਕਿ ਆਪਣੇ ਸੂਫੀ ਵਿਚਾਰਾਂ ਨੂੰ ਮੁੱਖ ਰੂਪ ਦੇ ਵਿੱਚ ਇਹਦੇ ਵਿੱਚ ਪੇਸ਼ ਕੀਤਾ ਹੈ। ਹਾਂਜੀ, ਇਹ ਸੀ ਸੂਫੀ ਕਾਵਿ, ਪੰਜਾਬੀ ਸੂਫੀ ਕਾਵਿ ਧਾਰਾ ਦਾ ਇੱਕ ਤਰ੍ਹਾਂ ਦਾ ਇੱਕ ਪਰੰਪਰਾ ਜਿਹੜੀ ਚੱਲਦੀ ਆਈ ਆ। ਉਹਨਾਂ ਬਾਰੇ ਮੁੱਖ ਨੁਕਤੇ ਹੀ ਇੱਥੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮੇਂ ਦੀ ਹਿਸਾਬ ਨੂੰ ਮੁੱਖ ਰੱਖਦੇ ਹੋਏ। ਤੇ ਬਾਕੀ ਤੁਸੀਂ ਡਿਟੇਲ ਦੇ ਵਿੱਚ ਜਦੋਂ ਤੁਹਾਨੂੰ ਅਸੀਂ ਇਹਨਾਂ ਨੂੰ ਸੈਂਡ ਕਰਾਂਗੇ ਨੋਟਸ ਨੂੰ, ਉਹਦੇ ਵਿੱਚੋਂ ਤੁਸੀਂ ਜਿਹੜਾ ਧਿਆਨ ਨਾਲ ਇਹਨਾਂ ਨੂੰ ਪੜ੍ਹ ਸਕਦੇ ਹੋ। ਤੇ ਹੁਣ ਅਸੀਂ 10 ਮਿੰਟ ਦਾ ਜਾਂ 7 ਮਿੰਟ ਦਾ ਹੀ ਆਪਾਂ ਬ੍ਰੇਕ ਲੈਂਦੇ ਹਾਂ ਤੇ 7 ਮਿੰਟ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਵੀਰ ਕਾਵਿ ਪਰੰਪਰਾ, ਜਿਹੜੀ ਪੰਜਾਬੀ ਦੀ ਵੀਰ ਕਾਵਿ ਪਰੰਪਰਾ ਦੇ ਬਾਰੇ ਚਰਚਾ ਕਰਾਂਗੇ। ਤੇ 7 ਮਿੰਟ ਬਾਅਦ, ਮੇਰੇ ਕੋਲ 7:02 ਹੋਏ ਨੇ, 7:10 ਦੇ ਉੱਤੇ ਆਪਾਂ ਦੁਬਾਰਾ ਜੁੜਦੇ ਹਾਂ ਜੀ। ਸ਼ੁਕਰੀਆ, ਥੈਂਕ ਯੂ।